ਧੰਨ ਵਾਹਿਗੁਰੂ ਸਾਹਿਬ ਜੀ। मैं तान दीवान तू है मेरे स्वामी, मैं तुझ आगे अरदास, मैं होर थाओ नहीं, जिस पै करूं बेनंती, मेरा दुख सुख तुझ ही पास, मैं होर थाऊं नहीं, जिस पै करूं बेनंती, मेरा दुख सुख तुझ ही पास। धन वाहिगुरु साहिब जी। श्री राग महला पहला। घर तीजा। अमल कर धरती, बीज शब्दों कर, सच की आब नित दे पानी, होए किरसान ईमान जमाए लै, पिस्त दोजक मूड़े एव जानी, मत जान शहगली पाया, माल कमाना रूप की शोभा, एत विधि जन्म गवाया, रहाओ माल कमाना रूप की शोभा, एत विधि जन्म गवाया, रहाओ ऐब तन चिकड़ो, एह मन मींड को, कमल की सार नहीं मूल पाई, पौर उस्ताद नित पाखिया बोले, क्यों बुझे जान है बुझाई, आँख न सुनना पौन की बानी, एह मन रत्ता माया, खसम की नदर दिले पसंदे, जिनी कर एक त्याया, ती कर रखे पंज कर साथी, नौ शैतान मत घट जाही, नानक आखै राह पे चलना, माल तन कित को संजाई, नानक आखै राह पे चलना, माल तन कित को संजाई। परम सन्मानयोग चबर छतर तखत दे मालक, दुई जहां वाली धन धन साहिब श्री गुरु ग्रंथ साहिब जी महाराज जी की मुबारक पावन हजूरी अंदर जुड़ बैठे गुरु प्यारे सतसंगी जनों, बड़भागे हाँ जो सतगुरु जी ने सानू ये समा बख्शिश किया है, जिथे आपां सरदार हरबंस सिंह जी दे गृह विखे जो उन्हां दी धी ਦਾ जो आनंद कारज का उन्होंने कारज रंभिया सी, उसके प्रथाएं
ਜੋ ਗੁਰਮਤਿ ਮਰਿਆਦਾ ਅਨੁਸਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ, ਜਿਨ੍ਹਾਂ ਦਾ ਪ੍ਰਕਾਸ਼ ਆਪਣੇ ਗ੍ਰਹਿ ਵਿਖੇ ਕਰਕੇ ਤੇ ਨਿੱਤਾ ਪ੍ਰਤੀ ਜਿੱਥੇ ਸਹਿਜ ਪਾਠ ਰੋਜ਼ ਹੋ ਰਹੇ ਹਨ, ਉੱਥੇ ਨਾਲ ਦੀ ਨਾਲ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਅਸੀਂ ਸਾਰੇ ਹੀ ਰਲ ਮਿਲ ਕੇ ਗੁਰੂ ਦੀ ਗੋਦ ਅੰਦਰ ਬੈਠ ਕੇ ਗੁਰ ਸ਼ਬਦ ਵਿਚਾਰ ਅਤੇ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਦੇ ਹਾਂ। ਸੋ ਜਿੱਥੇ ਕਾਫੀ ਲੰਮੇ ਸਮੇਂ ਤੋਂ ਆਪਾਂ ਬੈਠ ਕੇ ਰਹਿਰਾਸ ਦੇ ਦੀਵਾਨ ਦੇ ਵਿੱਚ ਸਜੇ ਸੀ, ਬੜੇ ਹੀ ਪਿਆਰ ਨਾਲ ਭਾਈ ਸਾਹਿਬ ਜੀ ਪਾਸੋਂ ਅੰਮ੍ਰਿਤਮਈ ਬਾਣੀ ਦੇ ਕੀਰਤਨ ਸ਼ਰਵਨ ਕਰ ਰਹੇ ਸੀ। ਆਓ ਕੁਝ ਸਮਾਂ ਆਪਾਂ ਹੋਰ ਇਸੇ ਤਰ੍ਹਾਂ ਸਜਣਾ ਹੈ, ਇਸੇ ਤਰ੍ਹਾਂ ਬੈਠਣਾ ਹੈ। ਜੋ ਵਿਸ਼ੇਸ਼ ਤੌਰ ਦੇ ਉੱਤੇ ਇਹ ਲੜੀ ਆਰੰਭੀ ਗਈ ਸੀ, ਆਪਾਂ ਕੁਝ ਵਿਚਾਰਾਂ ਉਸ ਲੜੀ ਦੇ ਸੰਬੰਧ ਵਿੱਚ ਕਰਨ ਦਾ ਯਤਨ ਕਰਾਂਗੇ। ਸੋ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ, ਫਿਰ ਵਿਚਾਰਾਂ ਦੀ ਆਰੰਭਤਾ ਕਰਦੇ ਹਾਂ। ਸੋ ਦਿਓ ਅਸੀਸ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਮੁਬਾਰਕ ਦੇ ਪਾਤਰ ਹਨ ਇਸ ਗ੍ਰਹਿ ਦੇ ਵਸਨੀਕ, ਜਿਨ੍ਹਾਂ ਨੇ ਅੱਜ ਦੇ ਇਸ ਭਿਅੰਕਰ ਸਮੇਂ ਦੇ ਵਿੱਚ ਇਹੋ ਜਿਹਾ ਨਵੇਕਲਾ ਉਪਰਾਲਾ ਕਰਕੇ ਤੇ ਸਾਡੇ ਸਮਾਜ ਨੂੰ ਇੱਕ ਸੇਧ ਦੇਣ ਦਾ ਯਤਨ ਕਰ ਰਹੇ ਹਨ। ਕਿਉਂਕਿ ਅਸੀਂ ਲਗਾਤਾਰ ਸਾਰੇ ਹੀ ਪਰਿਵਾਰਾਂ ਵਾਲੇ ਹਾਂ, ਸਾਰੇ ਹੀ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਵਾਲੇ ਹਾਂ। ਅਸੀਂ ਸਮਾਜ ਦੇ ਵਿੱਚ ਵੇਖਦੇ ਹਾਂ ਅੱਜ ਜਿੱਥੇ ਆਨੰਦ ਕਾਰਜ ਜਦੋਂ ਵਾਰੀ ਆਉਂਦੀ ਹੈ ਤੇ ਸਿਰਫ ਨਾਮ ਦੇ ਆਨੰਦ ਕਾਰਜ ਸਾਡੇ ਸਾਹਮਣੇ ਹੁੰਦੇ ਨੇ, ਬਾਕੀ ਸਾਰਾ ਦਾ ਸਾਰਾ ਕੁਝ ਜੋ ਕੁਝ ਵੀ ਅਸੀਂ ਅੱਜ ਵੇਖ ਰਹੇ ਹਾਂ ਉਹ ਵਿਪਰਨ ਕੀ ਰੀਤ ਹੈ। ਅਸੀਂ ਅੱਜ ਦੇ ਇਸ ਦੀਵਾਨ ਵਿੱਚ ਜੋ ਜਿੱਥੇ ਵੱਖ-ਵੱਖ ਸੂਝਵਾਨ ਵਿਦਵਾਨ ਸੱਜਣਾ ਪਾਸੋਂ ਆਪ ਜੀ ਨੇ ਬੜੇ ਹੀ ਗਹਿਜ਼ ਵਿਸ਼ਿਆਂ ਦੇ ਉੱਤੇ ਵਿਚਾਰ ਸਰਵਣ ਕੀਤੇ ਹਨ, ਜਿੱਥੇ ਗ੍ਰਸਥ ਜੀਵਨ ਦੀ ਮਹਾਨਤਾ ਆਪ ਨਾਲ ਸਾਂਝੀ ਕੀਤੀ ਗਈ, ਜਿੱਥੇ ਸਿੱਖ ਧਰਮ ਦੇ ਵਿੱਚ ਔਰਤ ਦਾ ਜੋ ਇੱਕ ਨਵੇਕਲਾ ਸਥਾਨ ਹੈ, ਜੋ ਉਸ ਦੀ ਮਾਨ ਮਰਿਆਦਾ ਹੈ, ਉਸ ਪ੍ਰਥਾएं ਵੀ ਆਪ ਜੀ ਨੇ ਵਿਚਾਰਾਂ ਸਰਵਣ ਕੀਤੀਆਂ। ਗ੍ਰਸਥ ਜੀਵਨ ਪ੍ਰਥਾएं ਵੀ ਆਪ ਜੀ ਨੇ ਵਿਚਾਰਾਂ ਸਰਵਣ ਕੀਤੀਆਂ ਅਤੇ ਆਨੰਦ ਕਾਰਜ ਜੋ ਲਾਵਾਂ ਦਾ ਹੈ ਉਸਦੇ ਵੀ ਆਪ ਜੀ ਨੇ ਉਸ ਪ੍ਰਥਾएं ਵੀ ਕੁਝ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ। ਜੋ ਅੱਜ ਆਪਾਂ ਜਿਸ ਵਿਸ਼ੇ ਦੇ ਨਾਲ ਜੁੜਨ ਜਾ ਰਹੇ ਹਾਂ, ਜੋ ਹੁਕਮ ਹੋਇਆ ਸੀ ਕਿ ਇਸ ਵਿਸ਼ੇ ਦੇ ਉੱਤੇ ਚਾਨਣਾ ਪਾਇਆ ਜਾਏ, ਉਹ ਵਿਸ਼ਾ ਜੋ ਪ੍ਰਾਪਤ ਹੋਇਆ ਉਹ ਹੈ ਆਨੰਦ ਕਾਰਜ। ਔਰ ਇਹ ਆਨੰਦ ਕਾਰਜ ਟੈਨਸ਼ਨ ਦਾ ਕਾਰਜ ਕਦੋਂ ਬਣ ਜਾਂਦਾ ਹੈ। ਬੜਾ ਨਵੇਕਲਾ ਵਿਸ਼ਾ ਹੈ, ਬੜੀ ਨਵੇਕਲੀ ਵਿਚਾਰ ਹੈ ਇਸ ਵਿਸ਼ੇ ਦੀ, ਕਿਉਂਕਿ ਅਸਲ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਆਨੰਦ ਕਾਰਜ ਸਮਝਣਾ ਪਏਗਾ ਕਿ ਆਨੰਦ ਕਾਰਜ ਹੈ ਕੀ ਹੈ। ਜਿੱਥੇ ਆਪਾਂ ਲਗਾਤਾਰ ਪਿਛਲੇ ਕੁਝ ਦਿਨ ਤੋਂ ਵੱਖ-ਵੱਖ ਵਿਦਵਾਨਾਂ ਪਾਸੋਂ ਇਸੇ ਹੀ ਆਨੰਦ ਕਾਰਜ ਦੇ ਪ੍ਰਥਾएं ਬਹੁਤ ਸਾਰੀਆਂ ਵਿਚਾਰਾਂ ਸਰਵਣ ਕੀਤੀਆਂ ਨੇ। ਆਨੰਦ ਕਾਰਜ ਖੁਸ਼ੀ ਦਾ ਕਾਰਜ, ਆਨੰਦ ਤੋਂ ਭਾਵ ਖੁਸ਼ੀ। ਔਰ ਗ੍ਰਸਥ ਜੀਵਨ ਦੇ ਵਿੱਚ, ਮਨੁੱਖੀ ਜੀਵਨ ਦੇ ਵਿੱਚ ਜੇ ਮੈਂ ਅਤ ਕਥਨੀ ਨਾ ਕਹਾਂ ਤੇ ਸ਼ਾਇਦ ਸਭ ਤੋਂ ਉੱਤਮ ਕਾਰਜ ਵੀ ਅਸੀਂ ਸਾਡੇ ਸਿੱਖ ਸਮਾਜ ਦੇ ਵਿੱਚ ਇਸੇ ਨੂੰ ਮੰਨਿਆ ਗਿਆ ਹੈ ਕਿ ਆਨੰਦ ਦਾ ਕਾਰਜ। ਤੁਸੀਂ ਦੁਨੀਆ ਦੇ ਵੱਖ-ਵੱਖ ਧਰਮਾਂ ਨੂੰ ਵੇਖਿਓ, ਵੱਖ-ਵੱਖ ਮਜ਼ਹਬਾਂ ਨੂੰ ਵੇਖੋ, ਤੁਸੀਂ ਨਿਗਾਹ ਮਾਰੋ ਆਪਣੇ, ਕਿਉਂਕਿ ਅਸੀਂ ਜਿਸ ਸਮਾਜ ਦੇ ਵਿੱਚ ਰਹਿੰਦੇ ਹਾਂ ਇੱਕ ਕਲੱਬ ਸਮਾਜ ਹੈ, ਇੱਕ ਜੁੜਿਆ ਹੋਇਆ ਸਮਾਜ ਹੈ। ਸਾਡੇ ਆਮ ਤੌਰ ਦੇ ਉੱਤੇ ਇਸ ਸਮਾਜ, ਇੱਕੋ ਸਮਾਜ ਦੇ ਅੰਦਰ ਹਰ ਵਰਗ ਦੇ ਲੋਕ ਰਹਿੰਦੇ ਨੇ ਔਰ ਸਾਡੀਆਂ ਭਾਈਚਾਰਕ ਸਾਂਝਾਂ ਉਹਨਾਂ ਦੇ ਨਾਲ, ਪਰਿਵਾਰਕ ਮਿਲਵਰਤਨ ਸਾਡੇ ਉਹਨਾਂ ਦੇ ਨਾਲ, ਸਾਡਾ ਆਪਸ ਦੇ ਵਿੱਚ ਬਹਿਣ ਖਲੋਣ ਆਉਣ ਜਾਣ ਉਹਨਾਂ ਲੋਕਾਂ ਦੇ ਨਾਲ ਹੈ। ਜਿੱਥੇ ਅਸੀਂ ਆਪਣੀ ਇਸ ਮੌਜੂਦਾ ਸਮੇਂ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਨੂੰ, ਆਪਣੇ ਵੱਖਰੇ ਸਿਧਾਂਤ ਨੂੰ ਵੱਖਰਾ ਰੱਖਣਾ ਹੈ, ਉੱਥੇ ਨਾਲ ਦੀ ਨਾਲ ਸਾਨੂੰ ਸਮੇਂ ਦਾ ਹਾਣੀ ਵੀ ਬਣਨਾ ਪੈਂਦਾ ਹੈ। ਉੱਥੇ ਨਾਲ ਦੀ ਨਾਲ ਸਾਨੂੰ
जो समाज है उसके प्रथाएं भी उसनों ध्यान विच रख के ते हर एक कारज नूं आपां समझण दा यतन करना है। ये ना होवे कि जे असी एक पासे रुझ जाइए ते फिर अति इत्थों तक हो जाए जितों सतगुरु जी की बाणी दे विच जिहड़े असी बोल पढ़ते हैं ना, जो धन गुरु नानक साहिब जी महाराज जी दे, सतगुरु जी कहते ने भलिया एक गल याद रखी, हर एक चीज की मनुख के जीवन दे विच एक लिमिट है, हर चीज की। जे खान पीन है तेरे वास्ते बनिया ते खान पीन दी विच भी तेनू एक लिमिट एक मर्यादा रखनी पवेगी। सतगुरु जी बख्शिश करते हैं, बाबा होर खाना खुशी खुआर, जित खाधे तन पीड़िए मन में चले विकार। जदों ये विचार असी धन गुरु ग्रंथ साहिब जी महाराज के अंदर पढ़ते हाँ, जदों असी सतगुरु जी वालों बख्शिश की सेध असी वेखते हाँ, ते सतगुरु जी ने सानू खाण को कोई मनाही नहीं की। सतगुरु जी ने कहा कि भलिया तू खाना है, तेरा खाना इस किस्म का होना चाहिए है, तेरा खाना पीना इस किस्म का होना चाहिए है कि जिसनों खाण दे नाल तेरे अंदर कोई विकार ना पैदा हो जा, तेरे शरीर नूं कोई रोग ना लग जाए। तू अपने लिमिट दे विच अपने शरीर अपनी समर्था के हिसाब दे नाल चलना। सतगुरु जी ने 4 चीज़ों का जिक्र किया, होर पहनन खुशी खुआर। तेनों पहनन वास्ते भी मेरे सतगुरु सच्चे असी प्रमाण वेखांगे बाणी दे विचों, जिथे सतगुरु जी ने सानू इस कारज कोई भी कारज मनुख के जीवन का है उसनूं किस तरीके दे नाल असी निभाउणा है। पर तेरी खुशी दे विच विघन ना पै जाए, तेरी खुशी दे विच कोई इहो जिहा काम ना आ पड़े कि जिहदे नाल तेरी खुशी खुआर हो जाए, जांदी रहे। इहो जिहा काम ना करी भलिया। मैं जिक्र कर रहा सी कि जदों असी दुनिया के वख-वख धर्म मजहब वेखते हाँ ते उन्हां दे जिहड़े ये कारज जिन्हां ने जे ये जिहड़ा कारज है इसनूं वख-वख नाम दिते हैं। जे हिंदू धर्म देखते हाँ, सनातन मत नूं असी देखते हाँ ते उहदा विच इसनूं ब्याह आख्या जाता है, शादी आख्या जाता है, मुसलमान मत दे विच निकाह आख्या जाता है। जदों असी ईसाई मत वेखते हाँ, क्रिश्चियनां नूं वेखते हाँ ते वो इस कारज नूं की कहंदे ने कि मैरिज कीती है, अंग्रेज इसनूं मैरिज कहंदे ने। पर गुरु नानक दे घर दे विच इस कारज नूं ये जिहड़ा कारज आपां आरंभिया है, जिन्हों जिदन असी सतगुरु जी दे चरनां विच अरदास कीती सी, क्योंकि हर कारज गुरु दे चरनां विच अरदास करके ही गुरु दा सिख उस दे उत्ते पहरा दिंदा है। कीता लोड़ीए काम सो हर पै आखीए, कारज दे सवार सतगुरु सच साखीए। जिस दिन असी सतगुरु जी दे चरनां दे विच ये अरदास कीती सी, सतगुरु सच्चे पातशाह एक कारज आपां आरंभ करन जा रहे हां। इस कारज नूं गुरमत दे विच आनंद कारज दा नाम दिता जाता है, आनंद दा कारज। हुण इस आनंद दे कारज दी एक मैं विशेषता तुहाडे नाल होर सांझी कर दिना, फिर अगे विचार आपां लैके चलते हैं। दुनिया के लोग इसनूं रस्म कहंदे ने, माफ करियो मैनूं, मैं कई गुरु घरां दे विच भी जदों ग्रंथी सिंह विचार कर रहे हुंदे ना, कहंदे जी आनंद कारज दी रस्म निभा दित्ती। रस्म एक ऐसा लफज हुंदा जिहड़ा गुरमत दे घर विच प्रवान नहीं है, याद रखियो। गुरु दे घर दे विच रस्म कदे भी प्रवान नहीं की जाती, गुरु दे घर दे विच मर्यादा प्रवान की जाती है, याद रखियो। रस्म कई बार निभा दी जाती है, कई बार तोड़ दी जाती है, जे उसनूं निभाया नहीं निभाया। पर जिस वेले मर्यादा की गल आती है, ये जिहड़ा आनंद का कारज है, इस आनंद के कारज नूं जदों असीं सतगुरु जी ने जब पंथ ने इसनूं मर्यादा दे विच शामिल किया, ते मर्यादा तो भाव है कि यह साडे जीवन का एक हिस्सा बन गया। यह हिस्सा साडे जीवन का इस तरह का हिस्सा बन गया कि जिस कारज नूं आपां दो शरीरां दा मेल कहने आ, इस कारज नूं जिथे दो परिवारां दा मेल है, दो शरीरां दा मेल है, सखे संबंधियां दा मेल है, उत्थे नाल दी नाल जिस वेले असी सूही राग दे अंदर धन गुरु रामदास पातशाह जी दे बोल बचन पढ़ते हाँ, जिन्हां दी अगवाई दे नाल, जिन्हां नूं साक्षी मन के असी ये आनंद कारज दी मर्यादा पूर्ण करते हाँ। कदे उन्हां दे जदों असी अर्थ विचारीए ते फिर सानूं इस गल दा ज्ञान हुंदा, पता लगदा
ਕਿ ਸਿੱਖ ਦੇ ਜੀਵਨ ਦੇ ਵਿੱਚ ਇਹ ਜਿਹੜਾ ਆਨੰਦ ਕਾਰਜ ਹੈ ਇਹ ਅਧਿਆਤਮਿਕ ਮੰਡਲ ਦੀਆਂ 4 ਅਵਸਥਾਵਾਂ ਦਾ ਨਾਮ ਹੈ। ਅਧਿਆਤਮਿਕ ਮੰਡਲ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਦਰ ਦੀਆਂ ਉਹ ਅਧਿਆਤਮਿਕ ਮੰਡਲ ਦੀਆਂ ਇਹ 4 ਪੌੜੀਆਂ ਹਨ, ਜਿਹਦੇ ਵਿੱਚ ਮਨੁੱਖ ਨੇ ਆਪਣੇ ਜੀਵਨ ਦੇ ਵਿੱਚ ਇਸ ਮਰਿਆਦਾ ਨੂੰ ਨਿਭਾਉਂਦਿਆਂ ਹੋਇਆਂ, ਇਸ ਕਾਰਜ ਨੂੰ ਨਿਭਾਉਂਦਿਆਂ ਹੋਇਆਂ ਮੁਕਤੀ ਦੀ ਦਾਤ ਪ੍ਰਾਪਤ ਕਰਨੀ ਹੈ। ਉਸ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਰੁੱਝ ਜਾਣਾ ਹੈ। ਉਸ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਨਾਮ ਦੇ ਵਿੱਚ 2 ਆਤਮਾਵਾਂ ਦਾ ਮਿਲਾਪ ਹੋ ਜਾਂਦਾ ਹੈ। ਇਹ ਬਹੁਤ ਮਹੱਤਵਪੂਰਨ ਕਾਰਜ ਹੈ। ਮਨੁੱਖੀ ਜੀਵਨ ਦੇ ਵਿੱਚ ਸਭ ਤੋਂ ਮਹੱਤਵਪੂਰਨ ਕਾਰਜ ਹੈ। ਸੋ ਯਾਦ ਰੱਖਿਓ, ਸਭ ਤੋਂ ਪਹਿਲਾਂ ਇਹ ਰਸਮ ਨਹੀਂ ਹੈ, ਇਹ ਮਰਿਆਦਾ ਹੈ। ਔਰ ਰਸਮ ਜਿਹੜੀ ਹੁੰਦੀ ਹੈ ਟੁੱਟ ਜਾਂਦੀ ਹੈ, ਬਦਲੀ ਜਾਂਦੀ ਹੈ, ਸਮੇਂ ਦੇ ਨਾਲ ਇਹਦੇ ਵਿੱਚ ਅਮੈਂਡਮੈਂਟਸ ਆਉਂਦੀਆਂ ਨੇ। ਪਰ ਜਿਹੜੀ ਮਰਿਆਦਾ ਹੁੰਦੀ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ, ਉਹ ਹਮੇਸ਼ਾ ਹੀ ਸਿੱਖ ਦੀ ਸਵਾਸਾਂ ਦੇ ਡੋਰੀ ਦੇ ਨਾਲ ਨਿਭਦੀ ਹੈ। ਜੇ ਅੰਮ੍ਰਿਤ ਛਕਣਾ ਤੇਰੇ ਜੀਵਨ ਦੇ ਵਿੱਚ ਇੱਕ ਤੇਰੀ ਮਰਿਆਦਾ ਦਾ ਹਿੱਸਾ ਹੈ, ਤੇ ਇਹ ਜਿਹੜਾ ਆਨੰਦ ਕਾਰਜ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਇਹ ਵੀ ਭਲਿਆ ਤੇਰੀ ਮਰਿਆਦਾ ਦਾ ਹਿੱਸਾ ਹੈ। ਕਿਉਂਕਿ ਅਸੀਂ ਕ੍ਰਿਸਤ ਜੀਵਨ ਦੀਆਂ ਸਾਰੀਆਂ ਹੀ ਖਾਸਿਅਤਾਂ ਦੇਖ ਕੇ ਆਏ ਹਾਂ ਪਿਛਲੇ ਦੀਵਾਨਾਂ ਦੇ ਵਿੱਚ। ਮੈਂ ਉਸ ਪਾਸੇ ਨਹੀਂ ਜਾਣਾ। ਹੁਣ ਜਿਹੜਾ ਆਨੰਦ ਦਾ ਕਾਰਜ ਸੀ ਸਾਡੇ ਜੀਵਨ ਦੇ ਵਿੱਚ, ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਨਾ, ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਜਦੋਂ ਅਸੀਂ ਗੁਰੂ ਦੇ ਨਾਲ ਭੇਟ ਕਰਦੇ ਹਾਂ, ਸਾਡੀ ਸੁਰਤ ਦਾ ਸ਼ਬਦ ਦੇ ਨਾਲ ਮਿਲਾਪ ਹੁੰਦਾ ਹੈ, ਮਨੁੱਖੀ ਜੀਵਨ ਦੀ ਇੱਕ ਜੁਗਤ ਪੂਰੀ ਹੁੰਦੀ ਹੈ। ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਇਹ ਸਾਰੇ ਹੀ ਕਾਰਜ ਕਰਦਿਆਂ ਮੁਕਤੀ ਅਸੀਂ ਹਾਸਲ ਕਰਨੀ ਹੈ। ਪਰ ਮੁਕਤੀ ਕੀ ਹੈ? ਮੁਕਤੀ ਹੈ ਮਨੁੱਖ ਨੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਵਿੱਚ ਇੱਕਮਿਕ ਹੋ ਜਾਣਾ, ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ। ਬਾਬਾ ਕਬੀਰ ਜੀ ਦੀ ਬਾਣੀ ਵਿੱਚ ਕਹਿੰਦੇ ਹਾਂ, ਅਸੀਂ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕਹੂ ਨਾ ਸਕੇ ਪਛਾਣੀ। ਰਾਮ ਤੇ ਕਬੀਰ ਇੱਕ ਹੋ ਗਏ। ਪਰਮਾਤਮਾ ਆਤਮਾ ਤੇ ਪਰਮਾਤਮਾ ਦੇ ਵਿੱਚ ਜਾ ਕੇ ਲੀਨ ਹੋ ਗਈ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਮਨੁੱਖ ਦੇ ਜੀਵਨ ਦਾ ਅਸਲ ਕਾਰਜ ਹੈ ਕਿ ਮਨੁੱਖ ਨੇ ਸੰਸਾਰ ਦੇ ਵਿੱਚ ਜਿਹੜੀ ਅਸੀਂ ਕਹਿੰਦੇ ਆ ਨਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਬਾਰੀ ਤੋਂ ਭਾਵ ਸੀ ਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ, ਮਨੁੱਖਾ ਜਨਮ ਨਿਭਾਉਂਦਿਆਂ ਹੋਇਆਂ, ਮਨੁੱਖੀ ਜੀਵਨ ਦੇ ਫਰਜ਼ ਨਿਭਾਉਂਦਿਆਂ ਹੋਇਆਂ ਅਸੀਂ ਉਸ ਰੱਬ ਪਰਮਾਤਮਾ ਪਰਮੇਸ਼ਵਰ ਦੇ ਵਿੱਚ ਜਾ ਕੇ ਮਿਲਾਪ ਸਾਡਾ ਹੋ ਜਾਏ। ਰਹਿੰਦਿਆਂ ਹੋਇਆਂ ਸੰਸਾਰ ਦੇ ਵਿੱਚ ਅਸੀਂ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਨਾਲ ਇੱਕਮਿਕ ਹੋ ਜਾਈਏ। ਜਿਸ ਵੇਲੇ ਇਹ ਵਾਲੀ ਨਵੇਕਲੀ ਵਿਚਾਰਧਾਰਾ ਦੁਨੀਆ ਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਨੇ ਦੁਨੀਆ ਨੂੰ ਦਿੱਤੀ ਹੈ, ਯਾਦ ਰੱਖਿਓ। ਇੱਕ ਸਮਾਂ ਹੋਇਆ ਕਰਦਾ ਸੀ ਜਦੋਂ ਇਸ ਆਨੰਦ ਵਿਆਹ ਤੋਂ ਪਹਿਲਾਂ, ਆਨੰਦ ਕਾਰਜ ਤੋਂ ਪਹਿਲਾਂ, ਜਦੋਂ ਦੁਨੀਆ ਦੇ ਲੋਕ ਕੋਈ ਬੇਦੀ ਦਾ ਸਹਾਰਾ ਲੈਂਦਾ ਸੀ, ਕੋਈ ਜਾਮਨ ਭਰ ਕੇ ਹੀ ਕੇਵਲ ਇਹ ਗੱਲ ਕਹਿ ਦਿੰਦੇ ਸਨ ਕਿ ਇਹ ਜਾਮਨ ਹਨ, 2 ਗਵਾਹ ਬਣ ਗਏ, ਇਸ ਨੂੰ ਕਬੂਲ ਹੋ ਗਿਆ, ਤੇ ਉਹ ਨਿਕਾਹ ਕਰ ਦਿੰਦੇ ਸਨ। ਤੇ ਕਈ ਗਾਰਡ ਦੇ ਅੱਗੇ ਜਾ ਕੇ, ਆਪਣੇ ਪਾਦਰੀ ਦੇ ਅੱਗੇ ਜਾ ਕੇ ਸਮਰਪਿਤ ਹੁੰਦੇ ਸਨ, ਇੱਕ ਰਜਿਸਟਰ ਦੇ ਵਿੱਚ ਸਾਈਨ ਕਰ ਦਿੰਦੇ ਸਨ 2 ਜਣੇ ਕਿ ਸਾਡਾ ਜਿਹੜਾ ਬੰਧਨ ਦੇ ਵਿੱਚ ਅਸੀਂ ਬੰਧ ਗਏ। ਮੈਂ ਇੱਕ ਨਾ ਵਿਦਵਾਨ ਪੜ੍ਹ ਰਿਹਾ ਸੀ, ਤੇ ਉਸਨੇ ਲਿਖੀ ਇੱਕ ਜਰਮਨ ਦੀ ਇੱਕ ਕਹਾਣੀ ਲਿਖੀ ਛੋਟੀ ਜੀ। ਉਹ ਕਹਿੰਦੇ ਆਮ ਤੌਰ ਦੇ ਉੱਤੇ ਵੈਸਟਰਨ ਕਲਚਰ ਰੱਖਣ ਵਾਲੇ ਲੋਕਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ ਕਿ ਅੱਜ ਤੁਸੀਂ ਇੱਕ ਹੋਰ ਸਰਵੇ ਦੇਖਿਓ ਕਦੇ ਕਿ ਅਮਰੀਕਾ ਦੇ ਵਿੱਚ ਜਿਹੜਾ ਵੈਸਟਰਨ ਕਲਚਰ ਹੁੰਦਾ ਨਾ, ਜਿਹੜਾ ਲੋਕਾਂ ਨੇ ਅਡਾਪਟ ਕੀਤੇ ਨੇ, 74% ਤੋਂ ਵੱਧ ਉਹਨਾਂ ਲੋਕਾਂ ਦੇ ਵਿੱਚ ਤਲਾਕ ਦੀਆਂ ਜਾਂ ਜ਼ਿਆਦਾਤਰ ਇਹ ਸ਼ਿਕਾਇਤਾਂ ਪਾਈਆਂ ਜਾਂਦੀਆਂ ਨੇ। ਕਿਉਂਕਿ ਜੀਵਨ ਸਾਥੀ ਦੇ ਨਾਲ ਕੇਵਲ ਕੰਟਰੈਕਟ ਮੈਰਿਜ ਦਾ ਹੀ ਇੱਕ ਸਿਸਟਮ ਬਣਾਇਆ ਹੁੰਦਾ, ਜਦੋਂ ਤੱਕ ਮਨ ਵਿੱਚ ਦਿਲ ਕੀਤਾ ਇੱਕ ਦੂਜੇ ਨਾਲ ਰਹੇ, ਜਦੋਂ ਮਨ ਕੀਤਾ ਇਸ ਨੂੰ ਛੱਡ ਦਿੱਤਾ। ਇਹ ਮਰਿਆਦਾ ਨਹੀਂ ਹੈ, ਕਿਉਂਕਿ ਉਹਨਾਂ ਦੀਆਂ ਰਸਮਾਂ ਹਨ, ਉਹਨਾਂ ਦਾ ਮਨ ਪਰਚਾਵਾ ਹੈ। ਉਹ ਆਪਣੇ ਜੀਵਨ ਨੂੰ ਇਸ ਤਰੀਕੇ ਦੇ ਨਾਲ ਘੜਦੇ ਨੇ, ਇਸ ਤਰੀਕੇ ਦੇ ਨਾਲ ਇਸ ਨੂੰ ਚਲਾ ਰਹੇ ਨੇ। ਪਰ ਜਦੋਂ ਅਸੀਂ ਇਸ ਆਨੰਦ ਕਾਰਜ ਨੂੰ, ਆਨੰਦ ਦੇ ਕਾਰਜ ਨੂੰ, ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਦੀ ਮਰਿਆਦਾ, ਇਸ ਨੂੰ ਅਸੀਂ ਵੇਖਦੇ ਹਾਂ, ਤੇ ਸੱਚ ਤੇ ਇਹ ਸੀ ਕਿ ਜਿਹੜੀ ਸੰਸਕ੍ਰਿਤੀ ਕਦੇ ਭਾਰਤ ਦੇ ਵਿੱਚ ਆਮ ਨਿਭਾਈ ਜਾਂਦੀ ਸੀ, ਭਾਵੇਂ ਉਸ ਸੰਸਕ੍ਰਿਤੀ ਦੇ ਵਿੱਚ ਇੱਕ ਬਹੁਤ ਵੱਡੀ ਖਾਮੀ ਸੀ। ਗੁਰੂ ਨਾਨਕ ਤੋਂ ਪਹਿਲਾਂ ਸਤੀ ਪ੍ਰਥਾ ਬਹੁਤ ਵੱਡੇ ਪੱਧਰ ਦੇ ਉੱਤੇ ਦੁਨੀਆ ਵਿੱਚ ਸੀ, ਖਾਸ ਕਰਕੇ ਸਾਡੇ ਏਸ਼ੀਅਨ ਮੁਲਕਾਂ ਦੇ ਵਿੱਚ। ਜਦੋਂ ਔਰਤ ਦੇ ਘਰ ਦੇ ਵਿੱਚ ਕੋਈ
ਚੜ੍ਹਾਈ ਕਰ ਜਾਂਦਾ ਸੀ, ਪਤੀ ਚੜ੍ਹਾਈ ਕਰ ਜਾਂਦਾ ਸੀ ਤੇ ਔਰਤ ਨੂੰ ਉਸਦੇ ਨਾਲ ਸਤੀ ਕਰ ਦਿੱਤਾ ਜਾਂਦਾ ਸੀ, ਨਾਲ ਹੀ ਉਸਨੂੰ ਖਤਮ ਕਰ ਦਿੱਤਾ ਜਾਂਦਾ ਸੀ ਜਿੰਦੀ। ਇਸ ਚੀਜ਼ ਦੇ ਉੱਤੇ ਵੀ ਗੁਰੂ ਨਾਨਕ ਦੇ ਘਰ ਨੇ ਆ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਤੀਆਂ ਦੀ ਜਿੱਥੇ ਡੈਫੀਨੇਸ਼ਨ ਸਾਡੇ ਨਾਲ ਸਾਂਝੀ ਕੀਤੀ, ਉੱਥੇ ਨਾਲ ਦੀ ਨਾਲ ਹੀ ਸਮੇਂ ਦੀ ਹਕੂਮਤ ਅਕਬਰ ਬਾਦਸ਼ਾਹ ਦੇ ਕੋਲੋਂ ਵੀ ਇਸ ਦੇ ਲਈ ਕੜੇ ਕਾਨੂੰਨ ਤਿਆਰ ਕਰਵਾ ਕੇ ਤੇ ਇਸ ਪ੍ਰਥਾ ਦੇ ਉੱਤੇ ਠੱਲ ਪਾਉਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਇੱਕ ਮਿੱਥ ਸੀ ਕਿ ਜੇ ਇਸ ਦਾ ਪਤੀ ਗਿਆ ਹੈ ਤੇ ਸ਼ਾਇਦ ਇਹ ਜਿਹੜੀ ਅਭਾਗਨ ਆਈ ਹੈ, ਕਲੰਕਤ ਆਈ ਹੈ, ਇਹ ਮਾੜੀ ਔਰਤ ਨੂੰ ਵਿਗਾੜਨ ਤੱਕ ਵੀ ਕਿਹਾ ਜਾਂਦਾ ਸੀ। ਡਾਕਟਰ ਸਾਹਿਬ ਨੇ ਇਹ ਵਿਸ਼ਾ ਨਿਭਾਇਆ ਹੁੰਦਾ ਕਿ ਔਰਤ ਦਾ ਜਿਹੜਾ ਸਥਾਨ ਸੀ ਉਹ ਬੜਾ ਮਾੜਾ ਸੀ, ਬੜੀ ਮਾੜੀ ਪੱਧਰ ਦੇ ਉੱਤੇ ਔਰਤ ਨੂੰ ਵੇਖਿਆ ਜਾਂਦਾ ਸੀ। ਧਰਮ ਦੇ ਮਾਮਲੇ ਵਿੱਚ ਵੀ ਔਰਤ ਨੂੰ ਕੋਈ ਬਰਾਬਰਤਾ ਨਹੀਂ ਸੀ ਦਿੱਤੀ ਜਾਂਦੀ, ਸਮਾਜ ਦੇ ਵਿੱਚ ਵੀ ਕੋਈ ਬਰਾਬਰਤਾ ਨਹੀਂ ਸੀ, ਪਰਿਵਾਰ ਦੇ ਵਿੱਚ ਵੀ ਕੋਈ ਬਰਾਬਰਤਾ ਨਹੀਂ ਸੀ, ਨਾ ਕਿਤੇ ਐਜੂਕੇਸ਼ਨ ਸਿਸਟਮ ਦੇ ਵਿੱਚ ਸੀ। ਇਹ ਸਾਰਾ ਕੁਝ ਇਸ ਸਮਾਜ ਦੇ ਵਿੱਚ ਚੱਲ ਰਿਹਾ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਇਹ ਨਿਵੇਕਲੀ ਵਿਚਾਰਧਾਰਾ ਦੁਨੀਆ ਨਾਲ ਸਾਂਝੀ ਕੀਤੀ ਤੇ ਦੁਨੀਆ ਦੇ ਲੋਕਾਂ ਨੂੰ ਇੱਕ ਔਰਤ ਨੂੰ ਇੱਕ ਬਰਾਬਰ ਦਾ ਰੁਤਬਾ, ਇੱਕ ਮਹਾਨ ਰੁਤਬਾ ਬਖਸ਼ਿਸ਼ ਕੀਤਾ। ਜਿਸ ਰੁਤਬੇ ਦੇ ਵਿੱਚ ਸਤਿਗੁਰੂ ਜੀ ਨੇ ਗੱਲ ਕੀਤੀ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ। ਔਰਤ ਨੂੰ ਇਤਨਾ ਮਹਾਨ ਸਥਾਨ ਗੁਰੂ ਨਾਨਕ ਦੇ ਘਰੋਂ ਮਿਲਿਆ। ਸਤੀ ਪ੍ਰਥਾ ਗੁਰੂ ਨਾਨਕ ਦੇ ਘਰੋਂ ਮੁੱਕੀ। ਇੱਕ ਬਰਾਬਰਤਾ ਦਾ ਜਿਹੜਾ ਅਹਿਸਾਸ ਸੀ ਉਹ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਪ੍ਰਾਪਤ ਹੋਇਆ। ਇਹ ਔਰਤ ਦਾ ਜੀਵਨ ਮਿਲਿਆ ਹੈ ਗੁਰੂ ਨਾਨਕ ਦੇ ਘਰ ਦੇ ਵਿੱਚੋਂ। ਹੁਣ ਜਿਸ ਔਰਤ ਨੂੰ ਅਸੀਂ ਬਰਾਬਰ ਦਾ ਹੱਕ ਦਿੱਤਾ, ਬਰਾਬਰਤਾ ਦਿੱਤੀ, ਜੋ ਗੁਰੂ ਨਾਨਕ ਦੇ ਘਰ ਦੀ ਮਾਨ ਮਰਿਆਦਾ ਸੀ, ਉਸ ਨੂੰ ਨਿਭਾਇਆ। ਤੇ ਜਿਸ ਵੇਲੇ ਇਸ ਔਰਤ ਦੇ ਨਾਲ ਆਨੰਦ ਕਾਰਜ ਦੀ ਵਾਰੀ ਆਈ ਤੇ ਉੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਕੇਵਲ ਦੋ ਸਰੀਰਾਂ ਦੇ ਮੇਲ ਦੀ ਗੱਲ ਨਹੀਂ ਕੀਤੀ, ਇਹ ਦੋ ਆਤਮਾਵਾਂ ਦੇ ਪਵਿੱਤਰ ਮਿਲਨ ਦੀ ਗੱਲ ਕੀਤੀ ਜਾਂਦੀ ਹੈ। ਜਦੋਂ ਅਸੀਂ ਪੜ੍ਹਦੇ ਹਾਂ ਨਾ, ਧੰਨ ਫਿਰ ਇਹ ਨਾ ਆਖੀਨ ਬਹਿਣ ਇਕੱਠੇ ਹੋਏ, ਏਕ ਜੋਤ ਦੋ ਮੂਰਤੀ, ਧੰਨ ਫਿਰ ਕਹੀਏ ਸੋਏ। ਅਸਲ ਦੇ ਵਿੱਚ ਕਨਸੈਪਟ ਇਹ ਸੀ ਗੁਰੂ ਨਾਨਕ ਦੇ ਘਰ ਦਾ। ਆਨੰਦ ਦਾ ਕਨਸੈਪਟ ਇਹ ਸੀ, ਆਨੰਦ ਕਾਰਜ ਦਾ ਕਨਸੈਪਟ ਇਹ ਸੀ ਕਿ ਦੋ ਜੀਵ ਇਸਤਰੀਆਂ ਇਕੱਠੀਆਂ ਹੋ ਕੇ, ਕਿਉਂਕਿ ਇਸ ਜਗ ਮੇਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ, ਉਸ ਰੱਬ ਪਰਮਾਤਮਾ ਪਰਮੇਸ਼ਵਰ ਤੋਂ ਬਿਨਾ ਅਸੀਂ ਸਾਰੀਆਂ ਹੀ ਜੀਵ ਇਸਤਰੀਆਂ ਹਾਂ। ਇਹ ਲਿੰਗ ਤੇ ਪੁਲਿੰਗ ਇਹ ਸੰਸਾਰਕ ਉਤਪਤੀ ਦੇ ਕਾਰਜ ਹਨ। ਬਾਕੀ ਜਿਹੜਾ ਉਸ ਰੱਬ ਦੀ ਨਿਗਾਹ ਦੇ ਵਿੱਚ, ਪਰਮਾਤਮਾ ਦੀ ਨਿਗਾਹ ਦੇ ਵਿੱਚ ਸਾਡਾ ਸਾਰਿਆਂ ਦਾ ਖਸਮ, ਸਾਰਿਆਂ ਦਾ ਪਤੀ ਪਰਮਾਤਮਾ ਪਰਮੇਸ਼ਵਰ ਅਕਾਲ ਪੁਰਖ ਹੈ। ਔਰ ਅਸੀਂ ਸਾਰਿਆਂ ਨੇ ਜਿਹੜਾ ਇਹ ਵਿਆਹ ਹੋਇਆ ਮੇਰੇ ਬਾਬਲਾ ਜੀ ਦੀ ਅਸੀਂ ਗੱਲ ਪੜ੍ਹਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਇਹ ਵਿਆਹ ਵੀ ਸਾਡਾ ਭਲਿਓ ਉਸ ਪਰਮਾਤਮਾ ਨਾਲ ਹੋਣਾ ਹੈ। ਇਹ ਜਿਹੜਾ ਗੁਰਮੁਖੇ ਹਰ ਪਾਇਆ, ਇਹ ਜੋ ਅਸੀਂ ਇਤਿਹਾਸ ਗੁਰਬਾਣੀ ਦੇ ਪੰਨਿਆਂ ਦੇ ਵਿੱਚ ਪੜ੍ਹਦੇ ਹਾਂ, ਇਹ ਸਾਰਾ ਕੁਝ ਸਾਡਾ ਜਿਹੜਾ ਮਿਲਨ ਹੈ ਉਸ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਨਾਲ ਹੈ। ਤੇ ਬਹੁਤ ਵਾਰ ਅਸੀਂ ਇੱਕ ਭੁਲੇਖਾ ਹੋਰ ਖਾ ਜਾਂਦੇ ਹਾਂ ਕਿ ਜਿਹੜੀਆਂ ਇਹ ਆਨੰਦ ਕਾਰਜ ਦੀਆਂ ਚਾਰ ਬਾਣੀਆਂ ਜਿੰਦਾ ਮੈਂ ਜ਼ਿਕਰ ਕਰ ਰਿਹਾ ਨਾ, ਇਹ ਚਾਰ ਬਾਣੀਆਂ ਸੂਹੀ ਰਾਗ ਦੇ ਵਿੱਚ ਜਿਹੜੀਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਜਦੋਂ ਅਸੀਂ ਇਹਨਾਂ ਨੂੰ ਇੱਕ ਇੱਕ ਸਟੈਪ ਦੇ ਵਿੱਚ, ਇੱਕ ਇੱਕ ਪੌੜੀ ਦੇ ਵਿੱਚ ਪੜਾਂਗੇ ਤੇ ਤੁਸੀਂ ਹੈਰਾਨ ਹੋਵੋਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਦੇ ਜੀਵਨ ਦੀ ਸਮੁੱਚੀ ਗਾਥਾ ਇਹਨਾਂ ਚਾਰ ਪੌੜੀਆਂ ਦੇ ਵਿੱਚ ਰੱਖ ਦਿੱਤੀ ਹੈ। ਪਰਮਾਤਮਾ ਦੇ ਨਾਲ, ਪਰਮੇਸ਼ਵਰ ਦੇ ਨਾਲ ਮਿਲਾਪ ਦੀ ਗੱਲ ਇੱਥੇ ਰੱਖ ਦਿੱਤੀ ਹੈ। ਮੈਂ ਉਸ ਵਿਦਵਾਨ ਦੀ ਗੱਲ ਕਰਨ ਲੱਗਾ ਸੀ ਜਿਹੜਾ ਜਰਮਨ ਦੇ ਇੱਕ ਜੋੜੇ ਦੀ ਗੱਲ ਕਰਦਾ ਕਿ ਉਹਨਾਂ ਲੋਕਾਂ ਦਾ ਰਿਸ਼ਤਾ ਕਿਤਨਾ ਹੁੰਦਾ, ਕਿਹੋ ਜਿਹਾ ਰਿਸ਼ਤਾ ਹੁੰਦਾ। ਉਹ ਲਿਖਦਾ, ਕਹਿੰਦਾ ਜਦੋਂ ਉਹ ਜਿਹੜਾ ਜਰਮਨ ਦੇ ਜਿਹੜੇ ਜੋੜਾ ਸੀ, ਜਿਸ ਵੇਲੇ ਚਰਚ ਦੇ ਵਿੱਚ ਗਿਆ, ਜਾ ਕੇ ਉਹਨਾਂ ਨੇ ਆਪਣੀ ਮੈਰਿਜ ਕੀਤੀ ਨਾ, ਉੱਥੇ ਸਾਈਨ ਕਰਕੇ ਬਾਹਰ ਆਏ ਨੇ, ਤੇ ਉੱਥੇ ਕੀ ਹੋਇਆ ਕਿ ਬਾਹਰ ਨਿਕਲ ਰਹੇ ਸਨ ਦੋਨੋਂ, ਤੇ ਪਤੀ ਦੇ ਹੱਥ ਵਿੱਚੋਂ ਇੱਕ ਰੁਮਾਲ ਥੱਲੇ ਡਿੱਗ ਪਿਆ। ਜਦੋਂ ਰੁਮਾਲ ਥੱਲੇ ਡਿੱਗਿਆ ਨਾ, ਤੇ ਉਹਦੀ ਨਾਲ ਜਿਹੜੀ ਇਸਤਰੀ ਸੀ, ਜਿਹੜੀ ਉਹਦੀ ਘਰ ਵਾਲੀ ਸੀ, ਜਿਹੜੀ ਉਹਦੇ ਨਾਲ ਵਿਆਹ ਕਰਕੇ ਆਈ ਸੀ, ਉਸਨੇ ਆਪਣੇ ਉਸ ਪਤੀ ਨੂੰ ਰੁਮਾਲ ਜ਼ਮੀਨ ਤੋਂ ਚੁੱਕਦੇ ਜਦੋਂ ਵੇਖਿਆ ਨਾ, ਉਸਨੂੰ ਪਸੰਦ ਨਹੀਂ ਆਇਆ। ਉਸਨੂੰ ਜਦੋਂ ਪਸੰਦ ਨਹੀਂ ਨਾ ਆਇਆ ਤੇ ਉਹ ਕਹਿਣ ਲੱਗੀ, ਤੇਰੇ ਨਾਲ ਮੇਰੀ ਨਹੀਂ ਨਿਭ ਸਕਦੀ, ਤੇ ਤੈਨੂੰ ਇਹ ਰੁਮਾਲ ਚੁੱਕਣ ਦਾ ਤਰੀਕਾ ਨਹੀਂ ਆਇਆ, ਜਿਸ ਤਰ੍ਹਾਂ ਮੈਂ ਚਾਹੁੰਦੀ ਸੀ ਤੂੰ ਉਸ ਤਰ੍ਹਾਂ ਰੁਮਾਲ ਨਹੀਂ ਚੁੱਕਿਆ। ਅਸੀਂ ਹੁਣੇ ਵਾਪਸ ਚੱਲੀਏ ਤੇ ਚੱਲ ਕੇ ਜਿੱਥੇ ਸਾਈਨ ਕਰਕੇ ਆਏ ਆ ਉੱਥੇ ਨਾਲ ਹੀ ਅਸੀਂ ਤਲਾਕ ਵੀ ਲੈ ਲਈਏ, ਅਸੀਂ ਡਾਈਵੋਰਸ ਵੀ ਲੈ ਲਈਏ। ਔਰ ਉਹ ਇਹ ਸੱਚੀ ਘਟਨਾ ਦਾ ਉਸਨੇ ਜ਼ਿਕਰ ਕੀਤਾ।
ਕਹਿੰਦੇ ਕਿ ਇਹ ਸੱਚੀ ਘਟਨਾ ਕਿ ਇੱਕ ਛੋਟੀ ਜੀ ਗੱਲ ਦੇ ਉੱਤੇ ਮੈਨੂੰ ਅਜੇ ਵੀ ਯਾਦ ਹੈ, ਅਸੀਂ ਛੋਟੇ ਛੋਟੇ ਹੁੰਦੇ ਸੀ ਨਾ, ਸਾਡਾ ਪਿੰਡ ਖੋੜ ਹੈ, ਕੋਈ ਬਹੁਤਾ ਦੂਰ ਨਹੀਂ, ਤੁਹਾਡੇ ਕੋਲ ਹੀ ਹੈ। ਸਾਡੇ ਉੱਥੇ ਇੱਕ ਝੀਵਰ ਪਰਿਵਾਰ ਸੀ ਤੇ ਅਸੀਂ ਬੜੇ ਨਿੱਕੇ ਨਿੱਕੇ ਹੁੰਦੇ ਸੀ ਤੇ ਉਹ ਝੀਵਰ ਪਰਿਵਾਰ ਨਾ ਮੱਛੀਆਂ ਫੜ ਕੇ ਵੇਚਦਾ ਹੁੰਦਾ ਸੀ ਤੇ ਆਮ ਉਹਨਾਂ ਦਾ ਇਹ ਕਿੱਤਾ ਸੀਗਾ। ਤੇ ਇੱਕ ਵਾਰੀ ਕੀ ਹੋਇਆ ਕਿ ਉਹਨਾਂ ਦੇ ਘਰ ਵਿੱਚ ਅਸੀਂ ਸੁਣਿਆ ਕਿ ਇੱਕ ਬੜੀ ਵੱਡੀ ਲੜਾਈ ਪੈ ਗਈ। ਮੈਨੂੰ ਯਾਦ ਹੈ ਛੋਟੇ ਛੋਟੇ ਹੁੰਦੇ ਸੀ, ਉਦੋਂ ਸਾਨੂੰ ਸ਼ਾਇਦ ਨਾ ਸਮਝ ਹੁੰਦੀ ਹੋਏ, ਗੱਡੀਆਂ ਘੱਟ ਹੁੰਦੀਆਂ ਸਨ, ਆਮ ਤੌਰ ਤੇ ਬੱਸ ਆਉਂਦੀ ਸੀ, ਮਮਕੇ ਤੋਂ ਉਤਰ ਕੇ ਅਸੀਂ ਪੈਦਲ ਜਾਂਦੇ ਹੁੰਦੇ ਸੀ, ਜਾਂ ਕਈ ਵਾਰ ਕੁੱਲੀਆਂ ਤੋਂ ਜਾਣਾ। ਉਹ ਵਿਆਹ ਕਰਕੇ ਸਾਡਾ ਜਿਹੜਾ ਉਹ ਸਾਡੇ ਉੱਥੇ ਪਿੰਡ ਦਾ ਜਿਹੜਾ ਮੁੰਡਾ ਸੀ ਨਾ, ਉਹ ਦੋਏ ਜੀ ਵਿਆਹ ਕਰਕੇ ਆ ਰਹੇ ਸੀ ਤੇ ਉਹਨਾਂ ਦੋਨਾਂ ਨੇ ਉੱਥੇ ਕੇਲੇ ਲੈ ਲਏ ਮਮਕੇ ਅੱਡੇ ਤੋਂ, ਕਿਉਂਕਿ ਮਰਿਆਦਾ ਦੀ ਸਮਝ ਨਾ ਹੋਏਗੀ, ਜਦੋਂ ਇਹ ਨਾ ਪਤਾ ਹੋਵੇਗਾ ਕਿ ਸਾਡਾ ਰਿਸ਼ਤਾ ਕਿਸ ਤਰ੍ਹਾਂ ਬਣ ਰਿਹਾ, ਅਸੀਂ ਕਿਸ ਬੰਧਨ ਦੇ ਵਿੱਚ ਬੰਧ ਰਹੇ ਹਾਂ, ਅਸੀਂ ਕਿਸ ਤਰੀਕੇ ਦੇ ਨਾਲ ਆਨੰਦ ਕਾਰਜ ਦੇ ਵਿੱਚ ਜਾ ਰਹੇ ਹਾਂ। ਤੇ ਫਿਰ ਰਿਜ਼ਲਟ ਇਹੋ ਜਿਹੇ ਆਉਂਦੇ ਨੇ। ਉਹ ਜਿਹੜੀ ਉਹਦੀ ਘਰ ਵਾਲੀ ਸੀ ਨਾ, ਉਹਨੇ ਕੇਲਾ ਪੂਰੇ ਦਾ ਪੂਰਾ ਛਿਲਕਾ ਲਾ ਕੇ ਥੱਲੇ ਸੁੱਟਤਾ, ਲੱਗ ਪਈ ਖਾਣ। ਇਸ ਗੱਲ ਤੋਂ ਉੱਥੇ ਉਸਨੂੰ ਘਰ ਛੱਡ ਆਇਆ ਜਾ ਕੇ ਕਿ ਤੈਨੂੰ ਕੇਲਾ ਖਾਣ ਦੀ ਜਾਚ ਨਹੀਂ ਆਈ। ਮੈਨੂੰ ਯਾਦ ਹੈ ਅਜੇ ਤੱਕ ਇਹ ਗੱਲ, ਪਤਾ ਨਹੀਂ ਹੁਣ ਕਿਸ ਹਾਲਤ ਵਿੱਚ ਨੇ, ਕਿੱਥੇ ਨੇ ਪਤਾ ਨਹੀਂ, ਲੇਕਿਨ ਮੈਂ ਅੱਜ ਤੋਂ 30 ਸਾਲ ਪਿਛਲੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ, 35 ਸਾਲ, ਕਿ ਇਹਨੇ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ ਵੀ ਕਈ ਵਾਰ ਰਿਸ਼ਤੇ ਘਰਾਂ ਦੇ ਟੁੱਟ ਜਾਂਦੇ ਸਨ। ਸੋ ਆਨੰਦ ਕਾਰਜ ਜਿਹੜਾ ਸੀ ਅੱਜ ਕੇ ਸਮੇਂ ਦੇ ਵਿੱਚ ਜਦੋਂ ਅਸੀਂ ਇਸ ਮਰਿਆਦਾ ਨੂੰ ਵੇਖਦੇ ਹਾਂ, ਜਦੋਂ ਅਸੀਂ ਇਸ ਸਿਸਟਮ ਨੂੰ ਵੇਖਦੇ ਹਾਂ, ਤੇ ਆਮ ਤੌਰ ਦੇ ਉੱਤੇ ਅੱਜ ਬਹੁਤ ਵੱਡਾ ਭੁਲੇਖਾ ਸਾਡੇ ਅੰਦਰ ਇੱਕ ਪਸਰ ਚੁੱਕਿਆ ਹੈ, ਜਿਹਦਾ ਮੈਂ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਦਾ ਜਾਵਾਂਗਾ ਹੁਣ, ਕਿਉਂਕਿ ਵਿਸ਼ਾ ਹੈ ਕਿ ਆਨੰਦ ਕਾਰਜ ਟੈਨਸ਼ਨ ਕਾਰਜ ਕਿਉਂ ਬਣ ਜਾਂਦਾ ਹੈ। ਇਹ ਆਨੰਦ ਕਾਰਜ ਜਿਹੜਾ ਹੈ ਇਹ ਟੈਨਸ਼ਨ ਵਾਲੇ ਪਾਸੇ ਕਦੋਂ ਚਲਾ ਜਾਂਦਾ ਹੈ। ਚੰਗੀ ਭਲੀ ਘ੍ਰਿਸਤ ਹੁੰਦੀ ਹੈ ਸਾਡੀ ਘ੍ਰਿਸਤ, ਜਦੋਂ ਅਸੀਂ ਆਨੰਦ ਕਾਰਜ ਕਰਦੇ ਹਾਂ। ਕਦੇ ਕਿਸੇ ਨੇ ਸੋਚਿਆ ਹੁੰਦਾ ਕਿ ਜਿਹੜੀ ਬਹੂ ਅਸੀਂ ਲੈ ਕੇ ਆ ਰਹੇ ਹਾਂ, ਜਿਹੜਾ ਪੁੱਤਰ ਅਸੀਂ ਵਿਆਹਣ ਜਾ ਰਹੇ ਹਾਂ, ਇਹ 6 ਮਹੀਨੇ ਬਾਅਦ, ਸਾਲ ਬਾਅਦ, 2 ਸਾਲ ਬਾਅਦ ਮੇਰੇ ਤੋਂ ਵੱਖਰਾ ਹੋ ਜਾਏਗਾ। ਕਿਤਨੇ ਚਾਵਾਂ ਦੇ ਨਾਲ ਵਿਆਹ ਸ਼ਾਦੀ ਦੀਆਂ ਸ਼ਾਪਿੰਗਾਂ ਕੀਤੀਆਂ ਜਾਂਦੀਆਂ ਨੇ, ਕਿਤਨੇ ਚਾਅ ਦੇ ਨਾਲ ਅਸੀਂ ਘਰ ਦੇ ਵਿੱਚ ਸਾਜੋ ਸਮਾਨ ਖਰੀਦਦੇ ਹਾਂ, ਡੈਕੋਰੇਸ਼ਨਾਂ ਕਰਦੇ ਹਾਂ। ਸਮਾਂ ਲੱਗ ਜਾਂਦਾ। ਜਿਸ ਦਿਨ ਪੁੱਤਰ ਧੀ ਘਰ ਵਿੱਚ ਪੈਦਾ ਹੁੰਦੀ ਹੈ ਨਾ, ਮਾਂ-ਬਾਪ ਦੇ ਅੰਦਰ ਇੱਕ ਤਾਂਘ ਪੈਦਾ ਹੁੰਦੀ ਹੈ ਕਿ ਇਹ ਬੱਚੇ ਵੱਡੇ ਹੋਣਗੇ, ਅਸੀਂ ਇਹਨਾਂ ਨੂੰ ਪੜ੍ਹਾਵਾਂ ਲਿਖਾਵਾਂਗੇ, ਅਸੀਂ ਇਹਨਾਂ ਦੇ ਕਾਰਜ ਚੰਗੇ ਚੰਗੇ ਘਰਾਂ ਵਿੱਚ ਕਰਾਂਗੇ ਤਾਂ ਕਿ ਇਹ ਆਪਣਾ ਜੀਵਨ ਸੁਖੀ ਬਸਰ ਕਰਨ ਸਕਣ। ਸੱਚ ਇਹ ਹੈ ਕਿ ਅਸੀਂ ਜਿਹੜੇ ਖਾਬ, ਜੋ ਸੁਪਨੇ ਅਸੀਂ ਵੇਖਦੇ ਹਾਂ ਨਾ, ਇਹ ਹਕੀਕਤ ਵਿੱਚ ਬਹੁਤ ਘੱਟ ਬਦਲਦੇ ਨੇ। ਯਾਦ ਰੱਖਿਓ, ਬਹੁਤ ਘੱਟ ਬਦਲਦੇ ਨੇ। ਕਾਰਨ ਕੀ ਹੁੰਦਾ ਕਿ ਜਿਹੜੀ ਚੀਜ਼ ਅਸੀਂ ਚਾਹੁੰਦੇ ਹੁੰਦੇ ਆ ਨਾ, ਉਹ ਚੀਜ਼ ਅਸੀਂ ਜਿਹੜੀ ਚੀਜ਼ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਉਹਦੀ ਤਿਆਰੀ ਅਸੀਂ ਨਹੀਂ ਕੀਤੀ ਹੁੰਦੀ। ਅਸੀਂ ਚਾਹੁੰਦੇ ਹਾਂ ਕਿ ਸਾਨੂੰ, ਜਿਸ ਤਰ੍ਹਾਂ ਅਸੀਂ ਬਾਣੀ ਦੇ ਵਿੱਚ ਵੀ ਹਵਾਲੇ ਪੜ੍ਹਦੇ ਹਾਂ ਕਿ ਮਿੱਠੀਆਂ ਦਾਖਾਂ ਦੀ ਤਾਂਘ ਰੱਖਣ ਵਾਲਾ ਬੀਜ ਕੰਡੇ ਰਿਹਾ ਹੁੰਦਾ। ਕਹਿੰਦਾ ਕਿ ਕੰਡੇ ਬੀਜਾਂ ਮੈਂ ਤੇ ਮੈਨੂੰ ਲੱਭੇ ਮਿੱਠੀ ਦਾਖ, ਕਹਿੰਦੇ ਉਹ ਨਹੀਂ ਲੱਭਣੀ ਭਲਿਆ। ਗੁਰਬਾਣੀ ਨੇ ਫੈਸਲੇ ਦਿੱਤੇ ਨੇ, ਬਾਬੇ ਫਰੀਦ ਦੇ ਫੈਸਲੇ ਨੇ। ਜਿਸ ਵੇਲੇ ਅਸੀਂ ਆਪਣੇ ਜੀਵਨ ਦੇ ਵਿੱਚ ਇਹ ਆਨੰਦ ਕਾਰਜ ਟੈਨਸ਼ਨ ਦਾ ਘਰ ਕਦੋਂ ਬਣ ਜਾਂਦੇ ਨੇ, ਸਭ ਤੋਂ ਪਹਿਲਾਂ ਯਾਦ ਰੱਖਿਓ ਕਿ ਸਾਡੇ ਆਮ ਤੌਰ ਦੇ ਉੱਤੇ, ਅੱਜ ਮੈਂ ਪਹਿਲਾਂ ਇੱਕ ਬੇਨਤੀ ਵੀ ਕੀਤੀ ਹੈ, ਤੁਸੀਂ ਉਸ ਨੂੰ ਵੀ ਧਿਆਨ 'ਚ ਰੱਖ ਲਿਓ ਕਿ ਜਿਸ ਸਮਾਜ ਦੇ ਵਿੱਚ ਅਸੀਂ ਰਹਿੰਦੇ ਪਿਆ ਉਹ ਕਲੱਬ ਸਮਾਜ ਹੈ। ਕਲੱਬ ਸਮਾਜ ਤੋਂ ਪਤਾ ਕੀ ਮਤਲਬ ਹੁੰਦਾ ਕਿ ਸਾਂਝਾ ਸਮਾਜ ਹੈ। ਜਿੱਥੇ ਸਾਡੇ ਬੱਚੇ ਪੜ੍ਹਨ ਜਾਂਦੇ ਨੇ, ਉੱਥੇ ਇੱਕ ਹਿੰਦੂ ਦੇ ਬੱਚੇ ਵੀ ਪੜ੍ਹਨ ਆਉਂਦੇ ਨੇ, ਉੱਥੇ ਮੁਸਲਮਾਨ ਵੀਰਾਂ ਦੇ ਬੱਚੇ ਵੀ ਪੜ੍ਹਨ ਆਉਂਦੇ ਨੇ, ਉੱਥੇ ਈਸਾਈਆਂ ਦੇ ਬੱਚੇ ਵੀ ਪੜ੍ਹਨ ਆਉਂਦੇ ਨੇ। ਹਰ ਇੱਕ ਮਜ਼ਹਬ, ਹਰ ਜਾਤ, ਹਰ ਸਮਾਜ ਦੇ ਬੱਚੇ ਇੱਕੋ ਜੈਸੀ ਇੱਕੋ ਜਗ੍ਹਾ ਦੇ ਉੱਤੇ ਪੜ੍ਹਦੇ ਨੇ। ਹੁਣ ਮੈਂ ਦੂਜੀ ਗੱਲ ਕਰਨ ਲੱਗਾ ਕਿ ਸਾਡੇ ਸਿਸਟਮ ਦੇ ਵਿੱਚ ਜਿਸ ਵੇਲੇ ਉਹ ਬੱਚਾ ਉਹਨਾਂ ਸਕੂਲਾਂ ਦੇ ਵਿੱਚ ਜਾਂਦਾ ਹੈ ਜਿੱਥੇ ਸਾਰੇ ਧਰਮਾਂ ਦੇ, ਵੱਖ-ਵੱਖ ਸਮਾਜਾਂ ਦੇ, ਵੱਖ-ਵੱਖ ਰੀਤੀ ਰਿਵਾਜਾਂ ਦੇ ਬੱਚੇ ਆਉਂਦੇ ਨੇ, ਜਦੋਂ ਉੱਥੇ ਸਾਡੇ ਬੱਚੇ ਦਾ ਮਨ ਬਣਦਾ, ਜਦੋਂ ਉੱਥੇ ਸਾਡਾ ਬੱਚੇ ਦੀ ਪਰਵਰਿਸ਼ ਹੁੰਦੀ ਹੈ, ਅਸੀਂ ਜਿਤਨਾ ਮਰਜ਼ੀ ਕੋਸ਼ਿਸ਼ ਕਰ ਲਈਏ, ਜੋ ਮਰਜ਼ੀ ਅਸੀਂ ਦੱਸਣ ਦੀ ਕੋਸ਼ਿਸ਼ ਕਰ ਲਈਏ, ਜੋ ਬੱਚਾ ਪ੍ਰੈਕਟੀਕਲ ਤੌਰ ਦੇ ਉੱਤੇ ਦੇਖ ਕੇ ਆ ਰਿਹਾ, ਉਹਦੇ ਦਿਮਾਗ ਦੇ ਵਿੱਚ ਇੱਕ ਪਿਕਚਰ ਬਣਦੀ ਜਾ ਰਹੀ ਹੈ। ਮਾਫ ਕਰਿਓ, ਮੈਨੂੰ ਗੱਲ ਜਿਹੜੀ ਮੈਂ ਸਾਂਝੀ ਕਰਨ ਲੱਗਾ ਬੜੀ ਕਾਮਨ ਗੱਲ ਹੈ, ਬੜੀ ਜ਼ਰੂਰੀ ਗੱਲ ਹੈ। ਕਦੇ ਇਹਨਾਂ ਗੱਲਾਂ ਦੇ ਉੱਤੇ ਮੈਂ ਪਰਿਵਾਰ ਦਾ ਧੰਨਵਾਦ ਕਰਾਂਗਾ ਕਿ ਅਸੀਂ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨ ਦਾ ਕੋਈ ਸਮਾਂ, ਕੋਈ ਅਸੀਂ ਇਹ ਹੀਲਾ ਵਸੀਲਾ ਕੀਤਾ, ਨਹੀਂ ਤੇ ਇਹਨਾਂ ਦੀ ਗੱਲ ਨਹੀਂ ਕੀਤੀ ਜਾਂਦੀ।
ਵਿਆਹ ਵਾਲੇ ਘਰਾਂ ਵਿੱਚ ਤੇ ਆਮ ਤੌਰ ਦੇ ਉੱਤੇ ਡੀਜੇ ਹੁੰਦੇ ਨੇ, ਰੰਗ ਰੌਣਕਾਂ ਹੁੰਦੀਆਂ ਨੇ, ਮਨਾਓ ਭਾਈ, ਕੋਈ ਮਨਾ ਨਹੀਂ ਕਰਦਾ, ਯਾਦ ਰੱਖਿਓ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਿਤੇ ਤੁਹਾਨੂੰ ਚੰਗਾ ਕੱਪੜਾ ਪਾਉਣ ਤੋਂ ਨਹੀਂ ਰੋਕਿਆ, ਚੰਗਾ ਮਕਾਨ ਬਣਾਉਣ ਤੋਂ ਨਹੀਂ ਰੋਕਿਆ, ਚੰਗਾ ਜੀਵਨ ਜੀਣ ਤੋਂ ਨਹੀਂ ਜੋ ਰੋਕਿਆ। ਗੁਰਬਾਣੀ ਪੜ੍ਹ ਕੇ ਦੇਖ ਲਿਓ ਤੁਸੀਂ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਈ ਜੜਾਉ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾ। ਬਸ ਇੱਕ ਗੱਲ ਦਾ ਖਿਆਲ ਰੱਖੇ ਕਿ ਤੈਨੂੰ ਨਾ ਭੁੱਲੇ ਭਲਿਆ। ਜਿਸ ਦਿਨ ਤੈਨੂੰ ਨਾਮ ਨਹੀਂ ਨਾ ਭੁੱਲੇਗਾ, ਜਿਸ ਦਿਨ ਤੈਨੂੰ ਰੱਬ ਦੀ ਯਾਦ ਨਹੀਂ ਭੁੱਲੇਗੀ, ਜਿਸ ਦਿਨ ਤੈਨੂੰ ਪ੍ਰਭੂ ਪਰਮਾਤਮਾ ਪਰਮੇਸ਼ਵਰ ਦਾ ਦਰ ਨਹੀਂ ਭੁੱਲੇਗਾ, ਤੇਰੇ ਜੀਵਨ ਦਾ ਕੋਈ ਵੀ ਕਾਰਜ ਟੈਨਸ਼ਨ ਕਾਰਜ ਨਹੀਂ ਬਣੇਗਾ। ਯਾਦ ਰੱਖਿਓ, ਰੱਬ ਦਾ ਭਾਣਾ ਹੋਏਗਾ, ਪਰਮਾਤਮਾ ਪਰਮੇਸ਼ਵਰ ਦੀ ਮਰਜ਼ੀ ਹੋ ਸਕਦੀ ਹੈ, ਪਰ ਉਹ ਤੇਰੇ ਵਾਸਤੇ ਟੈਨਸ਼ਨ ਦਾ ਕਾਰਜ ਨਹੀਂ ਬਣੇਗਾ। ਜਿਸ ਵੇਲੇ ਸਮਾਜ ਦੇ ਵਿੱਚ ਬੱਚਾ ਸਾਡਾ ਪਲ ਰਿਹਾ ਹੈ, ਪਰਿਵਾਰ ਦਾ ਇੱਕ ਮਾਹੌਲ ਵੱਖਰਾ ਹੈ, ਸਮਾਜ ਦੇ ਵਿੱਚ ਜਿਹੜਾ ਬੱਚਾ ਰਹਿ ਰਿਹਾ ਹੈ, ਸਕੂਲ ਦੇ ਵਿੱਚ ਜਿਹੜਾ ਬੱਚਾ ਰਹਿ ਰਿਹਾ, ਉਹਦਾ ਮਨ ਉਸ ਜਗ੍ਹਾ ਦੇ ਉੱਤੇ ਤਿਆਰ ਹੁੰਦਾ ਹੈ। ਤੇ ਅਸੀਂ ਕਈ ਵਾਰੀ ਕਾਲੇ ਪਨ ਚ ਪਤਾ ਕੀ ਕਰਨੇ ਆ, ਨਹੀਂ ਪੁੱਤਰ ਇਹ ਨਹੀਂ ਕਰਨਾ, ਇਹ ਨਹੀਂ ਕਰਨਾ, ਇਹ ਨਹੀਂ ਕਰਨਾ, ਤੇ ਨਿਆਣੇ ਕਹਿੰਦੇ ਪਾਪਾ ਕਰਨਾ ਕੀ ਹੈ, ਦੱਸੋ ਅਸੀਂ ਕਾਹਦਾ ਵਿਆਹ ਇਸ ਰਚਿਆ। ਬਹੁਤ ਵਾਰ ਮੈਂ ਦੇਖਿਆ, ਸਾਨੂੰ ਕਈ ਉਪਦੇਸ਼ਕ, ਮੈਂ ਉਹਨਾਂ ਦੇ ਜੀਵਨ ਵੀ ਵੇਖੇ ਨਾ, ਪਹਿਲਾਂ ਉਹਨਾਂ ਨੇ ਬੜੀਆਂ ਸਖਤੀਆਂ ਕੀਤੀਆਂ ਪਰਿਵਾਰਾਂ ਦੇ ਵਿੱਚ, ਆਪਣੇ ਪਰਿਵਾਰਾਂ ਨੂੰ ਨੱਕੇ ਦੀ ਸੂਈ ਦੇ ਵਿੱਚੋਂ ਕੱਢ ਕੇ ਰੱਖਿਆ। ਬੱਚੇ ਜਦੋਂ ਤੱਕ ਅਧੀਨ ਸਨ, ਮੈਂ ਐਗਜ਼ਾਮਪਲਾਂ ਦੇ ਸਕਦਾ, ਮੈਂ ਨਾਮ ਤੱਕ ਦੱਸ ਸਕਦਾ, ਜੇ ਤੁਸੀਂ ਕਹਿੰਦੇ ਤੇ ਮੈਂ ਤੁਹਾਨੂੰ ਦੱਸ ਦੇਣਾ। ਬਹੁਤ ਸਾਰੇ ਐਸੇ ਬੰਦੇ ਨੇ, ਬੜੇ ਬੜੇ ਵੱਡੇ ਪ੍ਰਚਾਰਕ ਤੱਕ, ਜਿਨ੍ਹਾਂ ਨੇ ਰੋਜ਼ ਆ ਕੇ ਲੋਕਾਂ ਨੂੰ ਉਪਦੇਸ਼ ਦਿੱਤੇ, ਰੋਜ਼ ਆ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਹਨਾਂ ਦੇ ਘਰਾਂ ਦੀ ਵਾਰੀ ਆਈ, ਸਾਰੇ ਸਿਧਾਂਤ ਉਹਨਾਂ ਨੇ ਛਿੱਕੇ ਤੇ ਟੰਗ ਦਿੱਤੇ, ਬੱਚੇ ਬਾਗੀ ਹੋ ਗਏ। ਬਹੁਤ ਸਾਰੇ ਐਸੇ ਹੋਏ। ਕਾਰਨ ਕੀ ਰਿਹਾ ਇਹਦਾ? ਬੱਚੇ ਦਾ ਜਿਹੜਾ ਦਿਮਾਗ ਪ੍ਰੈਕਟੀਕਲ ਤੌਰ ਦੇ ਉੱਤੇ ਤਿਆਰ ਹੋ ਰਿਹਾ, ਉਹ ਕੁਝ ਹੋਰ ਤਿਆਰ ਹੋ ਰਿਹਾ। ਅਸੀਂ ਉਸ ਨੂੰ ਆਪਣੇ ਹਿਸਾਬ ਦੇ ਨਾਲ ਢਾਲ ਰਹੇ ਹਾਂ। ਜਾਂ ਤੇ ਅਸੀਂ ਬੱਚੇ ਦੀ ਤਿਆਰੀ ਐਸੀ ਕੀਤੀ ਹੁੰਦੀ, ਜਾਂ ਤੇ ਕੌਮ ਨੇ ਕੋਈ ਇਹੋ ਜਿਹੀ ਤਿਆਰੀ ਕੀਤੀ ਹੁੰਦੀ, ਅਸੀਂ ਪੰਕਤੀਆਂ ਤੇ ਪੜ੍ਹ ਲੈਂਦੇ ਹਾਂ, ਜਬ ਗੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਨਹੀਂ ਜੋ ਹਨ, ਇਤਿਹਾਸ ਦੀਆਂ ਪੰਕਤੀਆਂ ਨੇ, ਇਹ ਪੰਕਤੀਆਂ ਤੇ ਅਸੀਂ ਪੜ੍ਹਦੇ ਹਾਂ, ਪਰ ਇਹਦੇ ਵਾਸਤੇ ਅਸੀਂ ਉਪਰਾਲੇ ਕੀ ਕੀਤੇ ਨੇ? ਕੀ ਅਸੀਂ ਖਾਲਸਾ ਸਕੂਲ ਬਣਾਏ ਨੇ ਆਪਣੇ, ਜਿੱਥੇ ਸਾਡੇ ਸਿੱਖ ਬੱਚੇ ਜਾ ਕੇ ਪੜ੍ਹਨਗੇ, ਜਿੱਥੇ ਸਵੇਰੇ ਅਰਦਾਸ ਹੋ ਕੇ ਕੰਮ ਸ਼ੁਰੂ ਹੋਏਗਾ? ਇੱਥੇ ਤੇ ਪ੍ਰੇਅਰ ਹੁੰਦੀ ਹੈ ਭਲੇ। ਸਾਡੇ ਸਕੂਲਾਂ ਦੇ ਵਿੱਚ ਪ੍ਰੇਅਰ ਕੀਤੀ ਜਾਂਦੀ ਹੈ। ਅਸਲ ਦੇ ਵਿੱਚ ਚਾਹੀਦਾ ਕਿਸੇ ਖਾਲਸਾ ਮਈ ਸਕੂਲਾਂ ਦੇ ਅੰਦਰ ਅਰਦਾਸ ਕੀਤੀ ਜਾਂਦੀ, ਸਵੇਰੇ ਜਾ ਕੇ ਬੱਚਾ ਜਾਏ, ਅਰਦਾਸ ਦੇ ਵਿੱਚ ਸ਼ਾਮਲ ਹੋਏ। ਇਹ ਨਵੇਕਲਾ ਕੰਮ ਸੀ। ਆਪਣੇ ਸਕੂਲ ਜਿਹਦੇ ਵਿੱਚ ਇਤਿਹਾਸ ਪੜ੍ਹਾਏ ਜਾਂਦੇ, ਭਾਵੇਂ ਗੌਰਮੈਂਟਾਂ ਨੇ ਪੰਜਾਬੀਆਂ ਦੇ ਉੱਤੇ ਬੈਨ ਕੀਤੇ, ਭਾਵੇਂ ਜਿਸ ਮਰਜ਼ੀ ਤਰੀਕੇ ਦੇ ਨਾਲ ਸਾਡੇ ਇਤਿਹਾਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ, ਜਿਹੜੇ ਬੱਚੇ ਸਬਜੈਕਟ ਜਿਹਦੇ ਵਿੱਚ ਨੰਬਰ ਲੈਣੇ ਹੁੰਦੇ ਨੇ, ਉਹਦੇ ਵਿੱਚ ਬੱਚਾ ਪੂਰੀ ਦਿਲਚਸਪੀ ਨਾਲ ਪੜ੍ਹਦਾ ਜਾ ਸਕਦਾ। ਜਿਹੜੀ ਅਸੀਂ ਗੁਰਦੁਆਰੇ ਵਿੱਚ ਕਲਾਸਾਂ ਲੈਂਦੇ ਆ, ਜਾਂ ਆਮ ਅਸੀਂ ਸੰਡੇ ਜਾਂ ਸੈਟਰਡੇ ਸੰਡੇ ਨੂੰ ਜਿਹੜੀ ਕਲਾਸ ਲਗਾਉਂਦੇ ਆ, ਉਹ ਆਪਸ਼ਨਲ ਕਲਾਸ ਹੁੰਦੀ ਹੈ। ਕਦੇ ਬੱਚੇ ਜਾਂਦੇ ਨੇ, ਕਦੇ ਨਹੀਂ ਜਾਂਦੇ। ਜੇ ਕੋਈ ਵੀ ਗਲਤ ਗੱਲ ਕਹਿੰਦਾ ਹੋਵੇ ਤਾਂ ਜ਼ਰੂਰ ਮੈਨੂੰ ਟੋਕਿਓ, ਆਖਿਓ ਵੀਰ ਜੀ ਗਲਤ ਕਹਿ ਰਹੇ ਤੁਸੀਂ। ਜੋ ਮੇਰੀ ਜ਼ਿੰਦਗੀ ਦਾ ਤਜਰਬਾ ਆਇਆ, ਮੈਂ ਤੁਹਾਡੇ ਨਾਲ ਉਹ ਸਾਂਝਾ ਕਰ ਰਿਹਾ, ਕਿਉਂਕਿ ਤੁਸੀਂ ਵਿਸ਼ਾ ਹੀ ਐਸਾ ਦੇ ਦਿੱਤਾ। ਜੋ ਮੈਂ ਆਪਣੇ ਜੀਵਨ ਦੇ ਵਿੱਚ ਵੇਖਿਆ, ਗੁਰਮਤਿ ਦੇ ਵਿੱਚ ਵਿਚਰਦਿਆਂ ਹੋਇਆ, ਜਿਤਨੇ ਕੁ ਸਮੇਂ 'ਚ ਮੈਨੂੰ ਸਮਝ ਆਈ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰ ਰਿਹਾ। ਅਸੀਂ ਬੱਚਿਆਂ ਦੇ ਲਈ ਉਹ ਕੰਮ ਕੋਈ ਨਹੀਂ ਕੀਤੇ ਜਿਹੜੇ ਕੰਮ ਕਰਨੇ ਚਾਹੀਦੇ ਸਨ ਕੌਮ ਨੇ। ਨਾ ਸਕੂਲ ਵੱਖਰੇ ਤਿਆਰ ਕੀਤੇ, ਨਾ ਸਾਨੂੰ ਕੋਈ ਸੰਤ ਬਾਬਾ ਪ੍ਰੇਮ ਸਿੰਘ ਵਰਗਾ ਮਹਾਨ ਯੋਧਾ ਮਿਲਿਆ, ਜਿਸ ਯੋਧੇ ਨੇ ਸਾਨੂੰ ਇਹ ਗੱਲ ਸਮਝਾਈ ਹੋਈ ਕਦੇ ਆ ਕੇ, ਉਹ ਭਰਾਵਾ ਇਕੱਠੇ ਹੋ ਕੇ ਬੈਠੋ। ਇਹ ਅੱਜ ਅਸੀਂ ਜਾਣਦੇ ਨਾ, ਪੰਜਾਬ ਦੇ ਵਿੱਚ ਮੈਨੀ, ਵੱਡੀ ਮੈਨੀ, ਜਿੱਥੇ ਆਪਾਂ ਦੇਖਦੇ ਹਾਂ ਕਿ ਇੱਕ ਲਵਾਣਾ ਬੈਲਟ ਹੈ, ਇਹ ਸੰਤ ਬਾਬਾ ਪ੍ਰੇਮ ਸਿੰਘ ਦੀ ਦੇਣ ਹੈ। ਅੱਗੇ ਪਿੱਛੇ ਲੋਕ ਸਾਡੇ ਖਿਲਰੇ ਹੋਏ ਸਨ, ਪੰਜਾਬ ਦੇ ਵਿੱਚ, ਕੋਈ ਹਰਿਆਣੇ ਦੇ ਵਿੱਚ, ਕੋਈ ਯੂਪੀ ਦੇ ਵਿੱਚ, ਕੋਈ ਕਿੱਥੇ ਕਿੱਥੇ ਸੀ, ਪਾਕਿਸਤਾਨ ਦੇ ਵਿੱਚ ਸਨ। ਜਿੱਥੇ ਜਿੱਥੇ ਖਿਲਰੇ ਹੋਏ ਸਨ, ਸਾਰਿਆਂ ਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਜਾ ਜਾ ਕੇ ਇਕੱਠਿਆ ਕੀਤਾ। ਉਹਨਾਂ ਦੇ ਘਰਾਂ ਵਿੱਚ ਗਏ, ਉਹਨਾਂ ਨੂੰ ਇਕੱਠਿਆ, ਉਹ ਆਓ ਭਰਾਵੋ ਇਕੱਠੇ ਹੋ ਕੇ ਬੈਠੋ। ਕੱਲ ਨੂੰ ਜਦੋਂ ਲੋਕਤੰਤਰ ਦੇ ਰਾਜ ਆਣੇ ਨਾ, ਤੁਹਾਡੀ ਕਿਤੇ ਵੈਲਿਊ ਪਵੇਗੀ, ਤੁਹਾਨੂੰ ਕੋਈ ਪੁੱਛਣ ਤੇ ਆਏਗਾ ਨਾ, ਕਿੱਥੇ ਅੱਜ ਸਾਡਾ ਇਹ ਸਿਸਟਮ। ਅਸੀਂ ਇਹ ਸਾਰੇ ਸਿਸਟਮ ਭੁੱਲ ਚੁੱਕੇ ਹਾਂ ਆਪਣੇ। ਅੱਜ ਸਿੱਖ ਨਾ ਸਾਡੀ ਕਿਤੇ ਨੁਮਾਇੰਦਗੀ ਹੈ, ਨਾ ਸਾਡੀ ਕਿਤੇ ਗੱਲ ਕੀਤੀ ਜਾਂਦੀ ਹੈ। ਅਸੀਂ ਸਾਡੇ ਸਾਰੇ ਦੇ ਸਾਰੇ ਕਾਰਜ ਜਿਹੜੇ ਟੈਨਸ਼ਨ ਦੇ ਕਾਰਜ ਕਦੋਂ ਬਣਦੇ ਨੇ, ਮੈਂ ਤਾਂ ਜ਼ਿਕਰ ਕਰ ਰਿਹਾ ਇਹਨਾਂ ਗੱਲਾਂ ਦਾ, ਕਿ ਅਸਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਫਿਰ ਸਮਾਜ ਦੇ ਵਿੱਚ, ਜਦੋਂ ਅਸੀਂ ਸਮਾਜ ਦੀ ਗੱਲ ਆਉਂਦੀ ਹੈ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ। ਅੱਜ ਸਾਡੇ ਜਿਹੜੇ ਵਿਆਹ ਸ਼ਾਦੀਆਂ ਕਾਫੀ ਮਹਿੰਗੀਆਂ ਹੁੰਦੀਆਂ ਜਾ ਰਹੀਆਂ।
ਉਹਦੇ ਕਾਰਨ ਨੇ ਕੁਝ ਕਿ ਸੁਸਾਇਟੀ ਵਿੱਚ ਜਿੱਥੇ ਰਹਿੰਦੇ ਪਏ ਅਸੀਂ ਸਾਨੂੰ ਉਸ ਸੁਸਾਇਟੀ ਦੇ ਵਿੱਚ ਆਪਣਾ ਸਟੇਟਸ ਬਰਾਬਰ ਕਰਨਾ ਪੈਂਦਾ। ਸਾਨੂੰ ਉਸ ਸਮਾਜ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਪ੍ਰੂਵ ਕਰਨਾ ਪੈਂਦਾ ਕਿ ਭਾਈ ਤੂੰ ਕਿੱਥੇ ਖੜਾ ਹੈ। ਮੈਂ ਵੇਖਿਆ ਇਹ ਜਿਹੜੇ ਅਗਰਵਾਲ ਲੋਕ ਹੁੰਦੇ ਨਾ, ਜਿਹੜੇ ਬਾਣੀਏ ਲੋਕ ਨਾ, ਆਰਸਪੁਰਾ ਦੇ ਵਿੱਚ ਵੀ ਬੜੇ ਪਰਿਵਾਰ ਨੇ ਹੁੰਦੇ, ਵੱਡੇ ਵੱਡੇ ਬਿਜ਼ਨਸ ਉਹਨਾਂ ਦੇ ਨਾ, ਮਾਫ ਕਰਿਓ ਮੈਨੂੰ, ਜੇ ਅੱਜ ਹਾਰਡਵੇਅਰ ਦੀ ਲਾਈਨ ਦੇ ਵਿੱਚ ਅੱਗੇ ਗਏ, ਫੈਕਟਰੀਆਂ ਦੀ ਲਾਈਨਾਂ 'ਚ ਅੱਗੇ ਗਏ ਤੇ ਉਹ ਲੋਕ ਗਏ ਨੇ। ਔਰ ਤੁਸੀਂ ਯਕੀਨ ਨਹੀਂ ਕਰੋਗੇ ਉਹਨਾਂ ਦੇ ਸਿਸਟਮ ਕੀ ਨੇ। ਉਹਦੇ ਤੁਸੀਂ ਵਿਆਹ ਦੇਖਿਓ ਕਦੇ, ਉਹਦੇ ਆਨੰਦ ਕਾਰਜ ਜਿਹੜੇ ਆਪਣੀ ਰੀਤੀ ਦੇ ਹਿਸਾਬ ਨਾਲ ਵਿਆਹ ਕਰਦੇ ਨੇ, ਕਿਸ ਤਰ੍ਹਾਂ ਦੇ ਵਿਆਹ ਕਰਦੇ ਨੇ। ਉਹ ਵਿਆਹ ਦੇ ਉੱਤੇ ਸਿਰਫ ਆਪਣੇ ਪਰਿਵਾਰ ਬੁਲਾਉਂਦੇ ਨੇ, ਜਿਹੜੇ ਉਹਨਾਂ ਦੇ ਰਿਸ਼ਤੇਦਾਰ ਪਰਿਵਾਰ ਹੁੰਦੇ ਨੇ ਥੋੜੇ ਜਿਹੇ, ਤੇ ਬੜਾ ਸਾਦੇ ਜਿਹੇ ਢੰਗ ਨਾਲ 50 ਬੰਦਿਆਂ ਤੋਂ ਵੱਧ ਦੀ ਉਹਨਾਂ ਦੀ ਗੈਦਰਿੰਗ ਨਹੀਂ ਹੁੰਦੀ। ਤੇ ਕਰਦੇ ਕੀ ਨਾ, ਉਹ ਦਾਜ ਦੇ ਵਿੱਚ ਬੜਾ ਮੋਟਾ ਦਾਜ ਦਿੰਦੇ ਨੇ। ਉਹ ਧੀ ਨੂੰ ਕੀ ਕਰਦੇ ਨੇ, ਕੋਈ ਪਲਾਟ ਲੈ ਦਿੰਦੇ ਨੇ, ਕੋਈ ਚੀਜ਼ ਲੈ ਦਿੰਦੇ ਨੇ। ਜਦੋਂ ਤੱਕ ਬੱਚੀ ਆਪਣੇ ਘਰ ਦੇ ਵਿੱਚ 10, 12, 15 ਸਾਲਾਂ ਤੱਕ ਉਹ ਬੱਚੀ ਅੱਗੇ ਜਾ ਕੇ ਪਰਿਵਾਰ ਵਾਲੀ ਬਣਦੀ, ਆਪਣੇ ਪਰਿਵਾਰ ਵਾਲੀ ਬਣਦੀ ਹੈ, ਉਹਦੇ ਕੋਲ ਇੱਕ ਵੱਡੀ ਰਕਮ, ਇੱਕ ਵੱਡੀ ਰਾਸ ਤਿਆਰ ਹੋ ਗਈ ਹੁੰਦੀ ਹੈ। ਕਿਉਂਕਿ ਮੈਂ ਦਾਸ ਨੇ ਨਾ, ਇੱਕ ਦੁਕਾਨ ਹੁੰਦੀ ਸੀ ਇੱਥੇ ਆਰਸਪੁਰਾ ਰੋਡ ਦੇ ਉੱਤੇ, ਤੇ ਉਹ ਮੇਰੇ ਸੰਬੰਧ ਨੇ ਉਸ ਪਰਿਵਾਰ ਦੇ ਨਾਲ, ਤੇ ਮੈਂ ਉਹਨਾਂ ਨੂੰ ਪੁੱਛਦਾ ਰਿਹਾ, ਮੈਂ ਕਿਹਾ ਇਹ ਤੁਸੀਂ ਬਣਾਉਂਦੇ ਕਿਉਂ ਨਹੀਂ, ਇਹ ਦੁਕਾਨ ਤੁਹਾਡੀ ਕਿਉਂ ਖਾਲੀ ਪਈ ਹੈ। ਕਈ ਵਾਰ ਮੈਂ ਉਹਨਾਂ ਨੂੰ ਪੁੱਛਿਆ, ਤੇ ਇੱਕ ਦਿਨ ਨਾ ਮੈਨੂੰ ਵੀਰ ਬੈਠਿਆ ਮੇਰੇ ਕੋਲ, ਤੇ ਮੈਂ ਕਿਹਾ, ਮੈਨੂੰ ਨੇ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਵੀਰ ਜੀ ਸਾਡੇ ਦਾ ਸਿਸਟਮ ਇਹ ਹੈ ਕਿ ਸਾਡਾ ਇਹ ਭਰਾ ਦੇ ਮੁੰਡਾ ਜਿਹੜਾ, ਉਹਦੀ ਦੁਕਾਨ ਹੈ। ਮੈਂ ਕਿਹਾ ਉਹਦੀ ਕਿੱਥੋਂ ਆ ਗਈ, ਤੁਸੀਂ ਤੇ ਇਕੱਠੇ ਰਹਿੰਦੇ ਹੋ, ਇੱਕੋ ਤੁਹਾਡਾ ਪਰਿਵਾਰ ਹੈ। ਕਹਿੰਦਾ ਨਹੀਂ, ਅਸੀਂ ਉਹਨਾਂ ਦਾ ਵਿਆਹ ਜਲੰਧਰ ਕੀਤਾ ਸੀ, ਤੇ ਜਲੰਧਰ ਵਾਲਿਆਂ ਕੀ ਕੀਤਾ, ਜਿਹੜੇ ਉਸ ਵੇਲੇ ਕੁਝ ਕੈਸ਼ ਦੇਣੀ ਸੀ ਜਾਂ ਜੋ ਦਾਜ ਦੇ ਅੱਗੇ ਪਿੱਛੇ ਪੈਸੇ ਲਾਣੇ ਸੀ, ਉਹਨਾਂ ਨੇ 3.5 ਲੱਖ ਦੀ ਇਹ ਜਗ੍ਹਾ ਲੈ ਦਿੱਤੀ ਸੀ। ਅੱਜ ਮੇਰੇ ਖਿਆਲ ਦੇ ਵਿੱਚ 1 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਹੈ। ਸੋ ਕਹਿਣ ਤੋਂ ਭਾਵ ਕਿ ਜੇ 15 ਸਾਲ 20 ਸਾਲ ਪਹਿਲਾਂ 3.5 ਲੱਖ ਰੁਪਏ ਲਾ ਕੇ ਤੇ ਉਹਨਾਂ ਨੇ ਆਪਣੀ ਬੱਚੀ ਤੋੜ ਦਿੱਤੀ, ਬੱਚੀ ਅੱਜ 15, 18, 20 ਸਾਲ ਦੇ ਹੁੰਦੇ ਬੱਚੇ ਵੀ ਅੱਗੇ ਹੋਣੇ ਸ਼ੁਰੂ ਹੋ ਗਏ, 1 ਕਰੋੜ ਦਾ ਐਸਟ ਤਿਆਰ ਹੋ ਗਿਆ, ਉਹਦੇ ਬੱਚੇ ਐਡਜਸਟ ਹੋ ਜਾਣਗੇ ਅੱਗੇ। ਇਸ ਸਮਾਜ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵੇਖਣ ਵਾਲੀਆਂ ਸਨ। ਜਿੱਥੇ ਅਸੀਂ ਸਮਾਜ ਦੇ ਵਿੱਚ ਆਪਣੇ ਸਟੇਟਸ ਕਾਇਮ ਕਰਨੇ ਨੇ, ਜਿੱਥੇ ਦੂਜਿਆਂ ਦੇ ਨਾਲ ਅਸੀਂ ਵਰਤੋਚਾਰੀ ਕਰਨੀ ਹੈ, ਯਤਨ ਕਰੀਏ ਕਿ ਜਿਹੜੇ ਫालतू ਦੇ ਖਰਚੇ ਘਟਾਉਣ ਦੀ ਕੋਸ਼ਿਸ਼ ਕਰੀਏ, ਤਾਂ ਜਾ ਕੇ ਸਾਡੇ ਜਿਹੜੇ ਇਹ ਆਨੰਦ ਕਾਰਜ ਨੇ। ਔਰ ਪੈਸੇ ਦੀ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਜੋ ਹੁੰਦੀ। ਮੈਂ ਸਾਡੀ ਕੌਮ, ਸਾਡੀ ਬਰਾਦਰੀ ਬੜੀ ਸਮਰੱਥ ਹੈ, ਯਾਦ ਰੱਖਿਓ। ਸਾਡੀ ਬਰਾਦਰੀ ਖਰਚ ਲੈਂਦੀ ਹੈ ਪੈਸਾ। ਲੋਕੀ ਆਮ ਖਵਾਨ ਵੀ ਹੈ ਜੋ ਇੱਕ ਦੂਜਿਆਂ ਦੇ ਵਿੱਚ, ਜੇ ਵਿਆਹ ਖਾਣਾ ਹੋਏ ਤੇ ਲਵਾਣਿਆਂ ਦਾ ਖਾਓ ਪਈ ਜਾ ਕੇ, ਕਹਿੰਦੇ ਨੇ ਲੋਕ ਕਿ ਉੱਥੇ ਜਾ ਕੇ ਰੱਜ ਵੀ ਲੱਗਦੇ, ਸਭ ਕੁਝ ਹੁੰਦਾ, ਭੰਗੜਾ ਵੀ ਵੇਖ ਆਉਂਦੇ ਨੇ, ਰੱਜ ਵੀ ਦੇਖ ਜਾਂਦੇ ਨੇ, ਸਾਡੀਆਂ ਧੀਆਂ ਭੈਣਾਂ ਨੱਚਦੀਆਂ ਵੀ ਦੇਖ ਲੈਂਦੇ ਨੇ, ਦੋਨੋਂ ਕੰਮ ਹੋ ਜਾਂਦੇ ਨੇ, ਕਿਉਂਕਿ ਸਾਰਾ ਕੁਝ ਅਸੀਂ ਕਰੀ ਜਾ ਰਹੇ ਹਾਂ। ਮਾਫ ਕਰਿਓ, ਜਿਹੜੀਆਂ ਕੌਮਾਂ ਦੇ ਆਗੂ ਤਗੜੇ ਨਹੀਂ ਨਾ ਹੁੰਦੇ, ਉਹ ਬੇਲਗਾਮਾਂ ਹੋ ਜਾਂਦੀਆਂ ਨੇ। ਜਿਹੜਾ ਕੌਮਾਂ ਦੇ ਆਗੂਆਂ ਦੇ ਘਰ ਆਪਣੇ ਵਿੱਚ ਸਮਝ ਲੱਗੀ ਹੁੰਦੀ ਨਾ, ਉਹ ਕੌਮਾਂ ਨੂੰ ਕੁਝ ਦੇ ਨਹੀਂ ਪਾਉਂਦੇ। ਉਹ ਬਰਾਦਰੀਆਂ, ਉਹ ਕੌਮਾਂ ਇਸ ਸੰਸਾਰ ਦੇ ਵਿੱਚ ਉਸ ਤਖਤ ਦੇ ਉੱਤੇ ਨਹੀਂ ਆ ਸਕਦੀਆਂ, ਆਪਣਾ ਨਾਂ ਨਹੀਂ ਜੋ ਬਣਾ ਸਕਦੀਆਂ। ਔਰ ਇਹੋ ਹੀ ਕਾਰਨ ਹਨ ਅੱਜ ਸਾਡੇ ਵੱਧਦੇ ਹੋਏ ਜਿਹੜੇ ਡਿਵੋਰਸ ਰੇਟ, ਕਿ ਅਸੀਂ ਉਹ ਕਾਰਜ ਜਿਹੜੇ ਕਰਨੇ ਸਨ ਉਹ ਅਸੀਂ ਪ੍ਰਾਪਰ ਕਰ ਨਹੀਂ ਸਕੇ। ਨਾ ਅਸੀਂ ਇਹ ਸਮਝਾ ਪਾਏ ਆਪਣੇ ਬੱਚਿਆਂ ਨੂੰ ਕਿ ਬੱਚਿਓ, ਇਹ ਜਿਹੜਾ ਆਨੰਦ ਕਾਰਜ ਹੈ ਇਹਦੀ ਮਰਿਆਦਾ ਸੀ, ਇਹ ਰਸਮ ਨਹੀਂ ਹੈ। ਜਿੱਥੇ ਗੱਲ ਹੋ ਗਈ ਉੱਥੇ ਅਸੀਂ ਇਸ ਗੱਲ ਨੂੰ ਨਿਭਾਉਣਾ ਹੈ। ਮੈਂ ਤੇ ਉਦਾਹਰਨ ਦਿੰਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਸਰਸਾ ਨਦੀ ਦੇ ਕੰਢੇ ਤੋਂ ਜਦੋਂ ਪਾਰ ਕਰਕੇ ਤੇ ਨਿਹੰਗ ਖਾਂ ਕੋਟਲਾ ਦੇ ਘਰ ਗੁਰੂ ਕਲਗੀਧਰ ਪਾਤਸ਼ਾਹ ਗਏ ਨੇ, 40 ਸਿੰਘ ਨਾਲ, ਤੇ ਨਾਲ ਵੱਡਾ ਸਾਹਿਬਜ਼ਾਦਾ ਛੋਟੇ ਸਾਹਿਬ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਗਏ ਨੇ, ਤੇ ਜ਼ਖਮੀ ਹਾਲਤ ਦੇ ਵਿੱਚ ਭਾਈ ਬਚਿੱਤਰ ਸਿੰਘ ਬਾਬਾ ਅਜੀਤ ਸਿੰਘ ਦੇ ਕੋਲ ਨੇ। ਔਰ ਨਿਹੰਗ ਖਾਂ ਦੇ ਘਰ ਦੇ ਵਿੱਚ ਜਾ ਕੇ ਜਦੋਂ ਰੱਖਿਆ, ਤੇ ਉੱਥੇ ਉਹਨਾਂ ਦਾ ਜਿਹੜਾ ਸਰੀਰ ਸੀ ਨਿਢਾਲ ਹੋ ਚੁੱਕਿਆ ਸੀ, ਕੋਈ ਸਵਾਸ ਆ ਰਿਹਾ ਸੀ, ਫੱਟ ਬੰਨੇ ਜਾਂਦੇ, ਹਕੀਮ ਬੁਲਾਏ ਜਾਂਦੇ, ਕੋਸ਼ਿਸ਼ ਕੀਤੀ ਜਾਂਦੀ ਕਿ ਉਹਨਾਂ ਦਾ ਇਲਾਜ ਕੀਤਾ ਜਾਏ, ਪਰ ਸਰੀਰ ਇਤਨਾ ਲਾਚਾਰ ਹੋ ਚੁੱਕਿਆ ਸੀ, ਜਾਨ ਦੇ ਕਾਬਿਲ ਨਹੀਂ ਸੀ। ਕੀ ਹੋਇਆ, ਸ਼ਾਮ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਵੱਲ ਨੂੰ ਚਲੇ ਗਏ ਨੇ, ਭਾਈ ਬਚਿੱਤਰ ਸਿੰਘ ਦੇ ਉਸ ਸਰੀਰ ਨੂੰ, ਨਿਢਾਲ ਸਰੀਰ ਨੂੰ ਉੱਥੇ ਛੱਡ ਗਏ ਨੇ, ਪਿਛਲੀ ਕੋਠੀ ਵਿੱਚ ਪਿਆ ਹੋਇਆ ਸੀ। ਨਿਹੰਗ ਖਾਂ ਦੀ ਧੀ ਬੀਬੀ ਮੁਮਤਾਜ਼, ਉਹ ਉੱਥੇ ਉਸਦੀ ਸੇਵਾ ਸੰਭਾਲ ਕਰ ਰਹੀ ਸੀ, ਤੇ ਹਕੂਮਤ ਦੇ ਜਿਹੜੇ ਉਸ ਵੇਲੇ ਜਿਹੜੇ ਸੂਹੇ ਸਨ, ਉਹ ਪਤਾ ਲੱਗਿਆ, ਉਹਨਾਂ ਨੇ ਚੌਧਰੀ ਜਾਫਰ ਅਲੀ ਦੇ ਨਾਲ ਸੂਹੇ ਆਏ, ਤੇ ਆ ਕੇ ਨਿਹੰਗ ਖਾਂ ਦਾ ਘਰ ਘੇਰ ਲਿਆ, ਤੇ ਕਹਿਣ ਲੱਗੇ ਪਤਾ ਲੱਗਾ ਕਿ ਤੁਹਾਡੇ ਘਰ ਵਿੱਚ ਉਹ ਸੂਹੇ ਆਏ ਨੇ, ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਕਿਤੇ ਸਾਨੂੰ ਸੂਹ ਮਿਲੀ ਹੈ ਕਿ ਇੱਥੇ ਹਕੂਮਤ ਦੇ ਬਾਗੀ ਤੁਹਾਡੇ ਘਰ ਪਨਾਹ ਲੈ ਕੇ ਬੈਠੇ ਨੇ।
घर की तलाशी हुई, सारे पासे वेख्या, ते जदों अखीर कमरे की बारी आई ना, ते अखीर दे कमरे दे विच जाफर अली ने जाके पुछया निहंग खान नूं, कहण लगे निहंग खां इधर कौन, अंदर कौन है? ते उस निहंग खान ने एक गल आखी, कहंदा इत्थे अंदर मेरे धी ते जवाई ने, धी ते जवाई ने मेरे। ये गल भी उस बीबी मुमताज दे कन्नां पै गई, ये गल उस बीबी मुमताज दे कन्नां दे विच पै गई, ते जाफर अली नूं यकीन होया, वो चला जांदा है। जिस वेले जाफर अली चला जांदा है, धी दे कंन विच पिता दी ये गल पै गई, ते कुछ घंटियां बाद इतिहास कहंदा है कि बाबा बचित्तर सिंह जी, भाई बचित्तर सिंह जी इस संसार दे विचों चढ़ाई कर जांदे ने। वो बीबी मुमताज जिहदी बसी पठाणा दे घर मंगी होई सी, पर जिस वेले पिता ने ये जबान कर दी, किसी नूं ये कह दिता कि ये जिहड़ा अंदर मर्जी बड़ा पिया, जिहड़ा कोई साह लै रहा, जिहदे जीवन का कोई पता नहीं है, ये मेरा जवाई है, मेरी धी है। ता उमर उस बीबी मुमताज ने भाई बचित्तर सिंह दी बेवा बन के अपने संसार दे विच कड्ढी है। अज भी असीं उत्थे गुरुद्वारा बना के बैठे हैं बीबी मुमताज दे नाम दा। ये वो धी सी सिदक वाली, ਜਿਹੜੀ ਧੀ ਨੇ ਇਹ ਸਾਬਤ ਕੀਤਾ ਕਿ ਜੇ ਪਿਤਾ ਨੇ ਇੱਕ ਗੱਲ ਕਹਿ ਦਿੱਤੀ ਤੇ ਮੇਰੇ ਭਲੇ ਵਾਸਤੇ, ਜਾਂ ਮੇਰੇ ਜੇ ਪਿਤਾ ਦੇ ਮੂੰਹ ਵਿੱਚੋਂ ਰੱਬ ਅੱਲਾ ਨੇ ਕਢਾ ਦਿੱਤੀ ਆ, ਤੇ ਮੈਂ ਉਹਦੇ ਉੱਤੇ ਪਹਿਰਾ ਦੇਵਾਂਗੀ। ਅੱਜ ਦੇਖ ਸੁਣ ਕੇ ਸਭ ਕੁਝ ਕਰਕੇ ਉਹ ਵੈਸਟਰਨ ਕਲਚਰ ਸਾਡੇ ਘਰਾਂ ਵਿੱਚ ਕਿਉਂ ਆ ਗਿਆ? ਕਿਉਂ ਅਸੀਂ ਟੈਨਸ਼ਨ ਦੇ ਇਹਨਾਂ ਕਾਰਜਾਂ ਵਿੱਚ ਆ ਗਏ ਹਾਂ? ਕਿਉਂ ਅੱਜ ਸਭ ਕੁਝ ਅਸੀਂ ਬੱਚੇ ਬੱਚੀ ਦਾ ਅੱਜ ਰਿਸ਼ਤੇ ਹੁੰਦੇ ਨੇ, लगातार बच्चे आपस दे विच विचार वटांदरे करते हैं, फोन माध्यम ने कई तरह के माध्यम साडे कोल बने हैं। उस तो बाद भी फिर जाके भी वो बच्चे जिहड़े ने अगे जाके उन्हां विच खटास क्यों पैदा हो रही है? क्यों साडा अज समाज दूजे पासे जा रहा है? असल दे विच अंदरों तैयारी नहीं है, बेस परंत वधिया नहीं है, बिल्डिंग बनाने की कोशिश की जाती है, उत्ते लेप लाने की कोशिश की जाती है। सतगुरु जी कहते कच ढहक दीवार काहे कच लाओ, कच्ची दीवार दे उत्ते जितना मर्जी चूना मारी जाओ, भले ਉਹਦੇ ਚੋਂ ਪਾਪੜੀ ਨਿਕਲਣੀ ਹੈ। ਬੇਸ ਤਿਆਰ ਕਰੋ ਆਪਣੇ ਬੱਚਿਆਂ ਦੇ, ਦੱਸੋ ਕਿ ਭਾਈ ਸਾਡੀ ਇਹ ਮਰਿਆਦਾ ਹੈ। ਜਾਣ ਦੋ ਸਾਰੇ ਬੱਚਿਆਂ ਨੂੰ ਕਿ ਕਿਸੇ ਘਰ ਜਾਂਦੇ ਨੇ, ਕਿਸੇ ਮਹਿੰਦੀ ਤੇ ਜਾਂਦੇ ਨੇ, ਜੇ ਕਿਸੇ ਦੇ ਘਰ ਵਿੱਚ ਕੋਈ ਫੰਕਸ਼ਨ ਹੈ ਜਾਂਦੇ ਨੇ ਬੱਚੇ, ਭਾਈ ਭੇਜੋ ਉਹਨਾਂ ਨੂੰ। ਅਸੀਂ ਸ਼ਾਹੀ ਥੋੜਾ ਬਣਾਉਣਾ ਬੱਚਿਆਂ ਨੂੰ, ਅਸੀਂ ਸੁਸਾਇਟੀ ਤੋਂ ਕੱਟ ਥੋੜਾ ਕਰਨਾ ਬੱਚਿਆਂ ਨੂੰ। ਭਾਈ ਰਣਜੀਤ ਸਿੰਘ ਨੇ ਬੜੀ ਸੋਹਣੀ ਗੱਲ ਕੀਤੀ ਅਗਲੇ ਦਿਨ, मैं तुहाडे नाल भाई रणजीत सिंह ढड्डियां वालियां ने, भावें अज बहुत बड़ा फिरका उन्हां दे खिलाफ बैठा होया है, पर जिहड़ी उन्हां ने गल कीती सी उहदा जवाब किसी कोल नहीं है। उन्हां ने जिहड़ी साडी धी जिहड़ी मिस यूनीवर्स चुनी गई है, कि ना है गुरनाज संधू, जिहड़ी धी ने इतना वड्डा रुतबा दुनिया दे विच हासिल कीता होवे, ते टिप्पियां करन वालियां ने, टिप्पणियां करन वालियां ने कुछ ते कुछ लिखिया होवे। उन्होंने कहा उस बच्ची दे कोल कला सी, उस बच्ची दे कोल कुछ सी जिहड़ा उसने अज पूरी दुनिया दे विच मिस यूनीवर्स बनना कोई छोटी गल नहीं है। ते जे साडी धी, जे सिख समाज दी धी उत्थे पहुंची है कोई, ते असीं अज उन्हां नूं उहदे उत्ते कई तरह दी टिप्पणियां, कई तरह दे सवाल ला रहे हैं। किस तरह ही अगे वधांगे? जिहड़ा सवे सांझी वाल सधायन दी गल गुरु ग्रंथ साहिब जी महाराज दे अंदर कीती जांदी है, साडे घर विच क्यों नहीं है? कि केवल रुमाले दे थल्ले रखनी है असीं? उसनूं अपने जीवन च लागू नहीं करना? साडे दिमाग दे भले इतने खुले होने चाहिए सी, इतने खुले होने चाहिए सी कि भावें किसी दी कोई माड़े कपड़े पा के धी भी साडे अगे आ जाए, साडी जिहड़ी अपनी नीयत सी वो हमेशा बरकरार रहनी चाहिए सी। इहो जिहा जीवन ते सिख नूं सतगुरु जी ने बख्शिश कीता। तुसीं इतिहास दे कई पन्ने मैनूं सभा नहीं इजाजत दे रहा, टाइम हुंदा जा रहा है कि जरनैलां दे कई नाम सामने आ रहे हैं जिन्हां ने अपने जीवन दे विच एक जत कमा के दसिया है, अपने करैक्टर नूं कमा के दसिया है। सतगुरु सच्चे पातशाह जी ने जिहड़ी जीवन जुगत सानूं बख्शिश कीती है, जे असीं ये जीवन जुगत अपने घरां दे विच लागू करिए, असीं इस सिस्टम नूं साਂਭਣ दी कोशिश करिए, आउण वाले समय दे विच ये जिहड़े साडे कारज ने ये आनंद दे कारज ही रहणगे, ये टेंशन दे कारज नहीं बनणगे। ये टेंशन दे कारज उदों बनदे ने ਜਦੋਂ ਸਾਡੀਆਂ ਤਿਆਰੀਆਂ ਮੁਕੰਮਲ ਨਹੀਂ ਨੇ, ਜਦੋਂ ਸਾਡੀ ਦੀਵਾਰ ਅੰਦਰੋਂ ਕੱਚੀ ਹੈ, ਅਸੀਂ ਬਾਹਰੋਂ ਉਹਦੇ ਤੇ ਗੱਚ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਕੇਵਲ ਭੇਖ ਦੇ ਨਾਲ ਜੁੜ ਰਹੇ, ਕੇਵਲ ਭੇਖ ਦੇ ਨਾਲ। ਮੈਂ ਇੱਕ ਵਾਰੀ ਨਾ ਸਾਡੇ ਇੱਕ ਅੰਮ੍ਰਿਤਧਾਰੀ ਪਰਿਵਾਰ ਦੇ ਵਿੱਚ ਨਾ ਕਿਤੇ ਝਗੜਾ ਪੈ ਗਿਆ, ਇਸੇ ਪਰਿਵਾਰਾਂ ਤੋਂ ਹੀ ਝਗੜੇ ਪੈਂਦੇ ਨੇ, ਤੇ ਮੈਨੂੰ ਅਜੇ ਵੀ ਉਸ ਬੰਦੇ ਦੇ ਲਫ਼ਜ਼ ਯਾਦ ਨੇ। ਇੱਕ ਪਰਿਵਾਰ ਪੂਰਾ ਅੰਮ੍ਰਿਤਧਾਰੀ ਸੀ, ਇੱਕ ਸਿੱਖ ਸੀ। ਮੈਂ ਨਹੀਂ ਕਹਾਂਗਾ ਕਿ ਅੰਮ੍ਰਿਤਧਾਰੀ ਸੀ, ਸਿੱਖ ਸੀ।
ਤੇ ਉਸਨੇ ਬੜੀ ਡੰਕੇ ਦੀ ਚੋਟ ਤੇ ਇਹ ਗੱਲ ਕਹੀ, ਅਸੀਂ ਤੇ ਕਿਰਪਾਨ ਦੇਖ ਕੇ ਡੁੱਲ ਗਏ ਜੀ, ਅਸੀਂ ਸੋਚਿਆ ਪਤਾ ਨਹੀਂ ਕਿਤਨੇ ਕਮਰਧਾਰੀ ਹੁੰਦੇ ਨੇ, ਸ਼ਾਇਦ ਧੀ ਵੀ ਤੁਹਾਡੇ ਪਿੰਡ ਦੀ ਸੀ, ਉਹ ਕਿਤੇ ਹੋਰ ਗਈ ਸੀ। ਕਹਿਣ ਤੋਂ ਭਾਵ ਕਿ ਜੇਕਰ ਬੰਦਾ ਅਸੀਂ ਇਹ ਚੀਜ਼ਾਂ ਅਸਲ ਦੇ ਵਿੱਚ ਜਿਹੜਾ ਆਪਣੇ ਜੀਵਨ ਦੇ ਵਿੱਚ ਇਹ ਚੀਜ਼ਾਂ ਨਹੀਂ ਨਿਭਾਵਾਂਗੇ, ਜੇ ਅਸੀਂ ਬੱਚਿਆਂ ਦੀ ਤਿਆਰੀ ਨਹੀਂ ਕਰਾਵਾਂਗੇ, ਜੇ ਅਸੀਂ ਸਮਾਜ ਦੇ ਹਾਣੀ ਨਹੀਂ ਬਣਾਂਗੇ ਤੇ ਅਸੀਂ ਪਿੱਛੇ ਰਹਿ ਜਾਵਾਂਗੇ। ਔਰ ਅੱਜ ਮਾਡਰਨਾਈਜ਼ ਯੁੱਗ ਹੈ, ਅੱਜ ਦਿਮਾਗ ਖੁੱਲੇ ਰੱਖਣ ਦੀ ਜ਼ਰੂਰਤ ਹੈ। ਅੱਜ ਲੜਾਈ ਤਲਵਾਰ ਦੀ ਨਹੀਂ ਹੈ, ਅੱਜ ਜੰਗ ਜਿਹੜੀ ਹੈ ਉਹ ਦਿਮਾਗ ਦੀ ਹੈ, ਅੱਜ ਜੰਗ ਵਿਚਾਰਾਂ ਦੀ ਹੈ। ਅੱਜ ਆਪਣੇ ਘਰਾਂ ਨੂੰ ਸਾਡੇ ਘਰ ਦੀ ਪ੍ਰੋਟੈਕਸ਼ਨ ਕਿਸੇ ਨੇ ਨਹੀਂ ਕਰਨੀ। ਆ ਕੇ ਮੇਰੇ ਘਰ ਦਾ ਦਰਵਾਜ਼ਾ ਟੁੱਟਾ ਹੈ, ਮੇਰੇ ਘਰ ਦਾ ਪਰਦਾ ਉਤਰਿਆ ਤੇ ਮੈਂ ਆਪ ਲਾਣਾ ਹੈ। ਕਿਸੇ ਬਾਹਰ ਦੇ ਰਾਹ ਲੰਘਣ ਵਾਲੇ ਨੇ ਕਿਸੇ ਨੇ ਨਹੀਂ ਆ ਕੇ ਵੇਖਣਾ ਕਿ ਇਸ ਦੇ ਘਰ ਦਾ ਦਰਵਾਜ਼ਾ ਟੁੱਟਾ ਹੈ ਜਾਂ ਇਸ ਦਾ ਪਰਦਾ ਥੱਲੇ ਆਇਆ, ਮੈਂ ਇਹਨੂੰ ਲਾ ਦੇਵਾਂ ਨਾ। ਕਿਸੇ ਕੋਲੋਂ ਉਮੀਦ ਨਾ ਰੱਖਿਓ, ਆਪਣੇ ਫਰਜ਼ ਸਮਝੀਏ। ਅਸੀਂ ਇਹ ਜਿਹੜੇ ਆਨੰਦ ਕਾਰਜ ਹੈ, ਜੋ ਮਰਿਆਦਾ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਇਹ ਨਿਵੇਕਲੀ ਮਰਿਆਦਾ ਹੈ। ਇਸ ਮਰਿਆਦਾ ਦੇ ਵਿੱਚ ਆਨੰਦ ਹੈ, ਇਹਦੇ ਵਿੱਚ ਜੀਵਨ ਹੈ। ਇਹ ਚਾਰ ਲਾਵਾਂ ਸਾਨੂੰ, ਜਿੱਥੋਂ ਪਹਿਲੀ ਜਿਹੜੀ ਲਾਮ ਹੈ ਉੱਥੋਂ ਗੱਲ ਸ਼ੁਰੂ ਹੁੰਦੀ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਉਸ ਪੁਰਖ ਦੇ ਵਿੱਚ ਮਿਲਾਪ ਤੱਕ ਸਾਨੂੰ ਲੈ ਕੇ ਜਾਂਦੇ ਨੇ। ਜ਼ਰੂਰ ਮੈਂ ਧੀ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਵੀ ਬੱਚਾ ਵਿਆਹ ਆਨੰਦ ਕਾਰਜ ਕਰਦਾ, ਉਹ ਇਹਨਾਂ ਚਾਰ ਲਾਵਾਂ ਦਾ ਜਿਹੜਾ ਪਾਠ ਹੈ ਉਸਨੂੰ ਆਪਣੇ ਜੀਵਨ ਦੇ ਵਿੱਚ 10-20 ਵਾਰ ਜ਼ਰੂਰ ਪੜ੍ਹੇ, ਤਾਂ ਕਿ ਜੀਵਨ ਦੇ ਵਿੱਚ ਜਾ ਕੇ ਜਿਹੜੇ ਸਹਿਜ ਕਰਮ ਅਸੀਂ ਕਮਾਣੇ ਨੇ, ਜਿਹੜੀਆਂ ਤਿਆਰੀਆਂ ਅਸੀਂ ਕਰਨੀਆਂ, ਜੇ ਅਸੀਂ ਇਹ ਤਿਆਰੀਆਂ ਕਰਕੇ ਆਪਣੇ ਆਨੰਦ ਕਾਰਜ ਕਰਾਂਗੇ, ਜੇ ਅਸੀਂ ਆਪਣੇ ਇਹੋ ਜਿਹੇ ਕਾਰਜ ਕਰਾਂਗੇ, ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਸਾਨੂੰ ਸਮਾਜ ਦੇ ਵਿੱਚ ਜਾ ਕੇ ਕਿਤੇ ਐਸਾ ਮੂੰਹ ਦੇਖਣੇ ਪੈਣਗੇ ਦੂਜੀਆਂ ਚੀਜ਼ਾਂ ਦੇ। ਇਹੀਓ ਕਾਰਜ ਸਾਡੇ ਆਨੰਦ ਦੇ ਬਣ ਜਾਣਗੇ। ਫਿਰ ਉਹੀਓ ਧਨ, ਫਿਰ ਉਹਨਾਂ ਆਖੀਆਂ ਬਹਿਣ ਇਕੱਠੇ ਹੋਏ ਦੀ ਗੱਲ ਹੋ ਜਾਏਗੀ। ਏਕ ਜੋਤ ਦੋਏ ਮੂਰਤੀ ਅਸੀਂ ਬਣ ਜਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਇੱਕ ਸ਼ਬਦ ਪੜ੍ਹਿਆ ਸੀ, ਜਿਹਦੇ ਵਿੱਚ ਸਤਿਗੁਰੂ ਜੀ ਨੇ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ, ਮਤ ਜਾਣ ਸ਼ਹਿ ਗੱਲੀ ਪਾਇਆ, ਮਾਲ ਕੇ ਮਾਨੈ ਰੂਪ ਕੀ ਸ਼ੋਭਾ, ਏਤ ਵਿਧੀ ਜਨਮ ਗਵਾਇਆ। ਕਹਿੰਦੇ ਮਤਾਂ ਕਿਤੇ ਸਮਝੀ ਭਲਿਆ ਕਿ ਰੱਬ ਪਾਣਾ, ਪਰਮਾਤਮਾ ਪਾਣਾ, ਪਰਮੇਸ਼ਵਰ ਦੇ ਨਾਲ ਮਿਲਾਪ ਕਰਨਾ ਤੇ ਗੱਲਾਂ ਦੇ ਨਾਲ ਹੋਣਾ। ਕਿਉਂਕਿ ਗੱਲਾਂ ਅਸੀਂ ਚੰਗੀਆਂ, ਅਚਾਰੀ ਬੁਰੀਆਂ, ਮਣਹਿ ਬਿਛੁੱਧਾਂ ਕਾਲੀਆਂ, ਬਾਹਰੋਂ ਚਿੱਟੀਆਂ। ਬਾਹਰੋਂ ਅਸੀਂ ਭਾਵੇਂ ਜਿਸ ਤਰ੍ਹਾਂ ਮਰਜ਼ੀ ਬਣ ਜਾਈਏ, ਅੰਦਰ ਦੀਆਂ ਕੁਸ਼ੁੱਧਾਂ ਵੀ ਅਸੀਂ ਵੇਖਣੀਆਂ ਪੈਣਗੀਆਂ। ਸਤਿਗੁਰੂ ਜੀ ਕਹਿੰਦੇ ਨੇ ਮਾਲ ਕੇ ਮਾਨੈ ਰੂਪ ਕੀ ਸ਼ੋਭਾ, ਏਤ ਵਿਧੀ ਜਨਮ ਗਵਾਇਆ। ਕਿਤੇ ਇਹ ਨਾ ਹੋਏ ਕਿ ਸੰਸਾਰ ਦੇ ਵਿੱਚ ਤੈਨੂੰ ਬਹੁਤ ਮਾਲ ਧਨ ਪ੍ਰਾਪਤ ਹੋ ਗਿਆ ਹੋਵੇ, ਤੈਨੂੰ ਚੰਗਾ ਰੂਪ ਪ੍ਰਾਪਤ ਹੋ ਗਿਆ ਹੋਵੇ, ਉਸੇ ਨੂੰ ਵੇਖ ਵੇਖ ਕੇ ਤੂੰ ਸਮਝਦਾ ਰਹੇ ਕਿ ਮੈਂ ਆਪਣਾ ਜੀਵਨ ਮੇਰਾ ਸਾਕਾਰ ਹੋ ਜਾਣਾ। ਕਹਿੰਦੇ ਨਹੀਂ ਭਲਿਆ, ਗੁਨਾਹ ਦੇ ਨਾਲ, ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਗੁਨਾਹ ਦੇ ਨਾਲ ਜਦੋਂ ਅਸੀਂ ਮਿਲਾਪ ਕਰਾਂਗੇ, ਸੁਰਤ ਸ਼ਬਦ ਦੇ ਨਾਲ ਮਿਲੇਗੀ, ਫਿਰ ਜਾ ਕੇ ਸਾਡਾ ਨਾਨਕ ਆਖੇ ਰਾਹ ਹੈ, ਇਹ ਰਾਹ ਹੈ। ਇਹ ਗੁਰੂ ਨਾਨਕ ਬਾਬੇ ਨੇ ਸਾਨੂੰ ਜੀਵਨ ਦੀ ਰਾਹ ਦਿੱਤੀ ਹੈ। ਆਓ ਯਤਨ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਇਹ ਮਰਿਆਦਾ ਬਖਸ਼ਿਸ਼ ਕੀਤੀ ਹੈ, ਜੋ ਇਹ ਜੀਵਨ ਜੀਣ ਦੀ ਵਿਧੀ ਸਾਨੂੰ ਦਿੱਤੀ ਹੈ, ਅਸੀਂ 100% ਕੋਸ਼ਿਸ਼ ਕਰੀਏ ਕਿ ਇਹਦੇ ਉੱਤੇ ਚੱਲ ਕੇ ਸਮੇਂ ਦੇ ਹਾਣੀ ਬਣੀਏ, ਆਪਣੇ ਆਪ ਨੂੰ ਸ਼ਾਹੀ ਨਾ ਬਣਾਈਏ। ਕੱਪੜੇ ਪਾਉਣ ਵਿੱਚ, ਚੰਗੇ ਕੱਪੜੇ ਪਾਉਣ ਵਿੱਚ ਕੋਈ ਹਰਜ ਨਹੀਂ ਹੁੰਦਾ, ਚੰਗਾ ਖਾਣ ਵਿੱਚ ਕੋਈ ਹਰਜ ਨਹੀਂ ਹੁੰਦਾ, ਚੰਗਾ ਰਹਿਣ ਵਿੱਚ ਕੋਈ ਹਰਜ ਨਹੀਂ ਹੁੰਦਾ, ਸਮਾਜ ਦੇ ਵਿੱਚ ਬਾਕੀ ਤਬਕਿਆਂ ਦੇ ਨਾਲ ਮਿਲ ਵਰਤਨ ਰੱਖਣ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ। ਜੇ ਹਰਜ ਹੁੰਦਾ ਤੇ ਸਾਡੀ ਸੋਚ ਵਿੱਚ ਹੁੰਦਾ ਕਿ ਸਾਡੀ ਸੋਚ ਕਿਸ ਪੱਧਰ ਦੇ ਉੱਤੇ ਚਲੇ ਗਈ ਹੈ। ਬੱਚਿਆਂ ਨੂੰ ਕੋਸ਼ਿਸ਼ ਕਰੀਏ ਕਿ ਆਪਣੀ ਮਰਿਆਦਾ ਦੇ ਨਾਲ ਜੋੜੀਏ। ਜੇ ਸਾਡੇ ਕੋਲ ਸਕੂਲ ਨਹੀਂ ਬਣ ਸਕੇ, ਜੇ ਇੰਤਜ਼ਾਮ ਨਹੀਂ ਬਣ ਸਕੇ, ਸਾਡੀਆਂ ਉਹ ਸੰਸਥਾਵਾਂ ਨਹੀਂ ਬਣ ਸਕੀਆਂ, ਤੇ ਘਰ ਅਸੀਂ ਸੰਸਥਾ ਬਣਾਈਏ, ਘਰ ਘਰ ਅੰਦਰ ਧਰਮਸ਼ਾਲ ਬਣਾਈਏ। ਬੱਚੇ ਨੂੰ ਕਮ ਸੇ ਕਮ ਜ਼ਰੂਰ ਆਪਣੇ ਗੁਰਮਤਿ ਸਿਧਾਂਤਾਂ ਤੋਂ ਜਾਣੂ ਕਰਵਾਈਏ, ਤਾਂ ਕਿ ਇਹ ਜਿਹੜੇ ਆਨੰਦ ਕਾਰਜ ਨੇ ਇਹ ਟੈਨਸ਼ਨ ਦੇ ਕਾਰਜ ਨਾ ਬਣ ਜਾਏ। ਬਹੁਤਾ ਦਾਜ ਦਹੇਜ, ਬਹੁਤੇ ਲਟਰੇ ਪਟਰੇ, ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਗੁਰੇਜ਼ ਕਰੀਏ। ਬਹੁਤੇ ਫਾਲਤੂ ਪੈਸੇ ਜਿਹੜੇ ਅਸੀਂ ਸੋਨੇ ਵਿੱਚ, ਕੱਪੜਿਆਂ ਵਿੱਚ ਲਾਉਂਦੇ ਆ, ਥੋੜਾ ਪਰਹੇਜ਼ ਕਰੀਏ। ਕੋਸ਼ਿਸ਼ ਕਰੀਏ ਕਿ ਜਿਹੜੀ ਫਾਲਤੂ ਦੀ ਅਸੀਂ ਖਾਹ ਮਖਾਹ ਦੀਆਂ ਚੀਜ਼ਾਂ ਆਪਣੀ ਜ਼ਿੰਦਗੀ 'ਚ ਜੋੜ ਕੇ ਰੱਖੀਆਂ, ਇਹ ਸਾਰੀਆਂ ਚੀਜ਼ਾਂ ਟੈਨਸ਼ਨ ਦਾ ਕਾਰਜ ਹੈ। ਕੱਪੜੇ ਲੈਂਦਿਆਂ ਟੈਨਸ਼ਨ, ਸੋਨਾ ਲੈਂਦਿਆਂ ਟੈਨਸ਼ਨ, ਔਰ ਮਾਫ ਕਰਿਓ ਵਿਚੋਲਿਓ, ਕਦੇ ਮਾਫੀ ਦਿਓ ਮੇਰੇ ਇਸ ਪੰਥ ਨੂੰ, ਇਹਨਾਂ ਪਰਿਵਾਰਾਂ ਨੂੰ। ਸਭ ਤੋਂ ਵੱਡੀਆਂ ਪ੍ਰੋਬਲਮਾਂ ਕ੍ਰੀਏਟ ਹੋ ਕਰਦੇ, ਮਾਫ ਕਰੋ। ਸੱਚ ਕਹਿ ਰਿਹਾ, ਰਿਕਾਰਡ ਵੀ ਹੋ ਰਿਹਾ ਜੋ, ਔਰ ਸੱਚ ਇਹ ਹੈ, ਇੱਕ ਪਾਸੇ ਕੁਝ ਕਹਿਣਾ ਜਾ ਕੇ ਦੂਜੇ ਪਾਸੇ ਕੁਝ ਕਹਿਣਾ, ਬਸ ਉੱਥੋਂ ਹੀ ਸਾਰੀਆਂ ਗੱਲਾਂ ਵੱਧਦੀਆਂ ਨੇ। ਗੁਰਸਿੱਖ ਪਰਿਵਾਰ ਦੇਖੋ, ਜ਼ਰੂਰ ਜਦੋਂ ਵਿਆਹ ਸ਼ਾਦੀ ਦਾ ਟਾਈਮ ਆਉਂਦਾ
ਲੜਕਾ ਵੀ ਦੇਖੋ, ਇਹ ਨਾ ਹੋਏ ਕਿ ਬੱਚੀ ਸਾਡੀ ਗ੍ਰੈਜੂਏਟ ਹੋਏ ਤੇ ਬੱਚਾ ਅਸੀਂ ਉਹਦੇ ਵਾਸਤੇ 10ਵੀਂ 12ਵੀਂ ਚੁਣੀਏ। ਮੈਂ ਇੰਜੀਨੀਅਰਿੰਗ ਕੀਤੀ ਬੇਟੀ ਦਾ, ਇੱਕ ਰਿਸ਼ਤੇ ਦਾ ਵੀ ਸਾਡੇ ਮਹਿੰਦਰ ਜੀ ਬਾਬਾ ਜੀ ਜਾਣਦੇ ਨੇ, ਗੁਰਦੁਆਰੇ ਕੇਸ ਆਇਆ ਸੀ, ਬੱਚਾ ਨਹੀਂ ਸੀ ਪੜ੍ਹਿਆ, 10ਵੀਂ ਪਾਸ ਸੀ ਬੱਚਾ, ਭਾਵੇਂ ਬਾਹਰ ਚਲਾ ਗਿਆ, ਬਾਹਰ ਜਾ ਕੇ ਸੈਟਲਮੈਂਟ ਨਹੀਂ ਹੋਈ। ਕਿਉਂਕਿ ਜੋ ਅਕੈਡਮਿਕ ਕੁਆਲੀਫਿਕੇਸ਼ਨ ਸਾਡਾ ਦਿਮਾਗ ਖੋਲਦੀ ਹੈ ਨਾ, ਉਹ ਸ਼ਾਇਦ ਹੋਰ ਚੀਜ਼ਾਂ ਨਹੀਂ ਖੋਲ, ਪੈਸਾ ਧੇਲਾ ਨਹੀਂ ਖੋਲ ਪਾਉਂਦਾ। ਐਜੂਕੇਸ਼ਨ ਬੜੀ ਜ਼ਰੂਰੀ ਚੀਜ਼ ਹੈ, ਭਾਵੇਂ ਘਰ ਗਰੀਬੀ ਵੀ ਹੋਵੇ ਨਾ, ਭਾਵੇਂ ਮਾੜਾ ਵੀ ਹੋਵੇ ਘਰ, ਤੇ ਜੇ ਐਜੂਕੇਸ਼ਨ ਵਾਲਾ ਬੱਚਾ ਹੋਏਗਾ ਉਹ ਹਰ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਾ ਕੇ ਸੈੱਟ ਹੋ ਜਾਂਦਾ ਹੈ। ਮੈਨੂੰ ਯਾਦ ਹੈ, ਸਾਡੇ ਨਾਲ ਇੱਕ ਬਜ਼ੁਰਗ ਬਾਪੂ ਹੁੰਦੇ ਸਨ, ਇੱਕ ਗੱਲ ਬੜੀ ਸੋਹਣੀ ਕਹਿੰਦੇ ਸਨ। ਉਹ ਕਹਿੰਦੇ, ਪੁੱਤਰ ਮੈਂ ਧੀ ਜਦੋਂ ਪਿੰਡ ਦੇ ਵਿੱਚ ਕਿਸੇ ਦੇ ਵਿਆਹ ਹੁੰਦਾ ਨਾ, ਮੈਂ ਇੱਕ ਗੱਲ ਕਹਿਣਾ, ਪੁੱਤਰੀਏ ਤੂੰ ਚੱਲੀ ਹੈ ਜਿਸ ਘਰ, ਉਹਨਾਂ ਵਰਗੀ ਤੂੰ ਜਾ ਕੇ ਬਣ ਜਾਣਾ, ਉਹਨਾਂ ਵਰਗੀ ਤੂੰ ਬਣ ਜਾਣਾ ਜਾ ਕੇ। ਉਹ ਭਾਵੇਂ ਗੱਲ ਮਜ਼ਾਕ 'ਚ ਕਹਿੰਦੀ ਸੀ, ਤੇ ਕਹਿੰਦੇ ਉਹਦੇ ਘਰ ਵਿੱਚ ਇੱਕ ਵਾਰ ਨਾ ਇੱਕ ਧੀ ਵਿਆਹ ਕੇ ਆ ਗਈ। ਜਦੋਂ ਧੀ ਵਿਆਹ ਕੇ ਆਈ ਨਾ, ਤੇ ਉਹ ਉੱਥੇ ਉਹਨਾਂ ਨੇ ਉਹਦਾ ਟੈਸਟ ਲੈਣ ਵਾਸਤੇ ਇੱਕ ਗੱਲ ਕੀਤੀ। ਕਹਿੰਦੇ ਅੱਜ ਨਾ ਰੁੜਦਾ ਰੁੜਦਾ ਪਹਾੜ ਸਾਡੀ ਨਹਿਰ ਵਿੱਚ ਆ ਗਿਆ। ਤੇ ਧੀ ਕਹਿਣ ਲੱਗੀ, ਜੀ ਨੂੰਹ ਬਣ ਕੇ ਆਈ ਨਾ, ਕਹਿੰਦੀ ਆ ਬਾਪੂ ਜੀ ਛਿੱਟੇ ਮੇਰੇ ਪੈਰਾਂ ਤੇ ਵੀ ਪਏ ਸੀ। ਕਹਿਣ ਦਾ ਮਤਲਬ ਕਿ ਜਿਹੋ ਜਿਹਾ ਮਾਹੌਲ ਸੀ ਉਹਨੇ ਉਹ ਅਡਾਪਟ ਕਰ ਲਿਆ। ਮਾਹੌਲ ਵੀ ਵੇਖਣਾ। ਕਈ ਵਾਰ ਮੈਂ ਇਹੋ ਜਿਹੀਆਂ ਧੀਆਂ ਵੀ ਵੇਖੀਆਂ ਕਿ ਗੁਰਸਿੱਖ ਅੰਮ੍ਰਿਤਧਾਰੀ ਧੀਆਂ ਵਿਆਹ ਦਿੱਤੀਆਂ ਜਾਂਦੀਆਂ ਨੇ ਕਿਸੇ ਸ਼ਰਾਬੀ ਦੇ ਘਰ ਜਾਂ ਕਿਸੇ ਮਾੜੇ ਕੰਮ ਕਰਨ ਵਾਲਿਆਂ ਦੇ ਘਰਾਂ ਵਿੱਚ। ਜਦੋਂ ਧੀ ਦੇ ਵਿੱਚ ਸਬਰ ਹੋਏਗਾ, ਸਿਦਕ ਹੋਏਗਾ, ਉਹ ਧੀ ਉਸ ਘਰ ਨੂੰ ਵੀ ਆਪਣੇ ਮਾਹੌਲ ਦੇ ਵਿੱਚ ਰੰਗ ਲੈਂਦੀ ਹੈ। ਇਹ ਧੀਏ ਤੇਰੇ ਅੰਦਰ ਇਤਨੀ ਤਾਕਤ, ਤਾਂ ਤੂੰ ਜਗਤ ਜਨਨੀ ਹੈ, ਤਾਂ ਤੂੰ ਸ਼ਕਤੀ ਹੈ, ਤਾਂ ਤੈਨੂੰ ਗੁਰੂ ਨਾਨਕ ਬਾਬੇ ਨੇ ਵਡਿਆਈ ਦਿੱਤੀ ਸੀ। ਐਵੇਂ ਥੋੜਾ ਤੈਨੂੰ ਵਡਿਆਈ ਦਿੱਤੀ ਸੀ ਗੁਰੂ ਨਾਨਕ ਬਾਬੇ ਨੇ, ਐਵੇਂ ਥੋੜਾ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਤਨਾ ਵੱਡਾ ਰੁਤਬਾ ਤੈਨੂੰ ਦੇ ਦਿੱਤਾ ਸੀ। ਕਿਉਂਕਿ ਤੇਰੇ ਅੰਦਰ ਤਾਕਤ ਹੈ, ਤੂੰ ਪਰਿਵਾਰ ਬਣਾ ਸਕਦੀ ਹੈ, ਤੂੰ ਪਰਿਵਾਰ ਜੋੜ ਸਕਦੀ ਹੈ, ਤੂੰ ਪਰਿਵਾਰ ਦੀ ਤਰੱਕੀ ਕਰਵਾ ਸਕਦੀ ਹੈ। ਬੰਦੇ ਦਾ ਜਿਹੜਾ ਕੰਮ ਹੁੰਦਾ ਨਾ ਪਰਿਵਾਰ ਦੇ ਨਾਲ, ਜੈਂਟਸ ਜਿਹੜੇ ਮੈਂਬਰ ਹੁੰਦੇ ਨੇ, ਇਹ ਐਕਸੀਡੈਂਟਲ ਹੁੰਦੇ ਨੇ। ਅਸੀਂ ਘਰ ਵਿੱਚ ਜਾਣਾ ਕਿੰਨੀ ਦੇਰ ਹੁੰਦਾ, ਘੰਟਾ 2 ਘੰਟੇ 4 ਘੰਟੇ। ਸਾਰਾ ਦਿਨ ਬੱਚੇ ਦੇ ਨਾਲ ਗੁਫ਼ਤਗੂ ਮਾਂ ਦੀ ਹੁੰਦੀ ਹੈ। ਮਾਂ ਅਸਲ ਗੁਰੂ ਮੰਨੀ ਜਾਂਦੀ ਹੈ। ਕਹਿੰਦੇ ਨੇ ਕਿਸੇ ਵਿਦਵਾਨ ਨੂੰ ਕਿਸੇ ਨੇ ਪੁੱਛਿਆ ਹੋਣਾ ਕਿ ਬੱਚੇ ਦੀ ਐਜੂਕੇਸ਼ਨ ਕਦੋਂ ਸ਼ੁਰੂ ਹੋਣੀ ਚਾਹੀਦੀ ਹੈ। ਉਹ ਕਹਿੰਦੇ ਨੇ ਮਾਂ ਉਸਦੇ ਜਨਮ ਤੋਂ 20 ਸਾਲ ਪਹਿਲਾਂ। ਭਾਵ ਕਿ ਜਿਸ ਮਾਂ ਨੇ ਅੱਗੇ ਜਾ ਕੇ ਮਾਂ ਬਣਨਾ, ਦੋ ਪਰਿਵਾਰਾਂ ਨੂੰ ਜੋੜਨਾ, ਉਹਦੀ ਅੰਸ਼ ਵੰਸ਼ ਨੂੰ ਵਧਾਉਣਾ, ਉਹ ਮਾਂ ਵੀ ਸੁਚੱਜੀ ਹੋਣੀ ਚਾਹੀਦੀ, ਉਹਦੇ ਕੋਲ ਵੀ ਇਹ ਗੁਣ ਹੋਣੇ ਚਾਹੀਦੇ ਨੇ। ਸੋ ਇਹ ਸਾਰੇ ਕਾਰਜ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਕਰ ਲਈਏ, ਅਸਲ ਦੇ ਵਿੱਚ ਆਨੰਦ ਕਾਰਜ ਇਸੇ ਨੂੰ ਆਖਿਆ ਜਾਂਦਾ। ਤਾਂ ਇਹ ਆਨੰਦ ਦਾ ਕਾਰਜ ਬਣਦਾ ਕਿ ਜੇ ਅਸੀਂ ਗੁਰਮਤਿ ਸਿਧਾਂਤਾਂ ਨੂੰ ਆਪਣੇ ਜੀਵਨ ਦੇ ਵਿੱਚ ਪਰਨਾਈਏ, ਉਹਨਾਂ ਦੇ ਉੱਤੇ ਪਹਿਰਾ ਦਈਏ, ਸਮਾਜ ਦੇ ਸਮੁੱਚੇ ਢਾਂਚੇ ਨੂੰ ਆਪਣੇ ਸਾਹਮਣੇ ਰੱਖਦਿਆਂ ਹੋਇਆਂ, ਉਹਨਾਂ ਦੇ ਨਾਲ ਮਿਲ ਵਰਤਨ ਕਰਦਿਆਂ ਹੋਇਆਂ, ਆਪਣਾ ਆਪ ਨਿਵੇਕਲਾ ਰੱਖ ਕੇ ਤੇ ਅਸੀਂ ਆਪਣੇ ਇਸ ਪੰਧ ਨੂੰ ਚਲਾਈਏ। ਸਾਡੇ ਜੀਵਨ ਦੇ ਵਿੱਚ ਕਦੇ ਵੀ ਇਹ ਜਿਹੜਾ ਕਾਰਜ ਹੈ ਇਹ ਟੈਨਸ਼ਨ ਕਾਰਜ ਨਹੀਂ ਬਣੇਗਾ। ਸੋ ਇਤਨੀ ਬੇਨਤੀ ਪ੍ਰਵਾਨ ਕਰਨੀ। ਇੱਧਰ ਉੱਧਰ ਵੀ ਚਲਾ ਗਿਆ ਹੋਵਾਂਗਾ, ਹੋ ਸਕਦਾ ਬੋਲਦਿਆਂ ਵੱਧ ਘੱਟ ਬੋਲ ਜਾਂਦਾ, ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਕਹਿ ਗਿਆ ਹੋਵਾਂ, ਖਿਮਾ ਦਾ ਜਾਚਕ ਹਾਂ। ਸਤਿਗੁਰੂ ਮਿਹਰ ਕਰੇ। ਜੋ ਇਹ ਉਪਰਾਲਾ ਮੇਰੇ ਵੀਰ, ਮੇਰੀ ਭੈਣ ਨਰਿੰਦਰ ਕੌਰ ਇਹਨਾਂ ਨੇ ਕੀਤਾ, ਹਰ ਪਰਿਵਾਰ ਇਹੋ ਜਿਹਾ ਇੰਤਜ਼ਾਮ ਕਰੇ, ਜ਼ਰੂਰ ਕਰੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਇਸ ਤਰ੍ਹਾਂ ਹੀ ਜੇ ਬੈਠਾਂਗੇ, ਵਿਚਾਰਾਂ ਕਰਾਂਗੇ, ਇਹ ਇੱਕ ਮਾਧਿਅਮ ਬਣੇਗਾ। ਇਸ ਤਰ੍ਹਾਂ ਹੋ ਰਿਹਾ ਜਿਸ ਤਰ੍ਹਾਂ ਅਸੀਂ ਪਰਿਵਾਰ ਵਿੱਚ ਬਹਿ ਕੇ ਸਲਾਹ ਕਰ ਰਹੇ ਹਾਂ, ਆਪਸ ਵਿੱਚ ਗੱਲ ਕਰ ਰਹੇ ਹਾਂ। ਜੇ ਇਸੇ ਤਰ੍ਹਾਂ ਬੈਠ ਕੇ ਸਾਡੇ ਮਨਾਂ ਦੇ ਸਵਾਲ ਹੋਣ, ਅਸੀਂ ਲਿਖਣੇ ਸ਼ੁਰੂ ਕਰੀਏ ਕਿ ਵੀਰ ਜੀ, ਜਿਸ ਤਰ੍ਹਾਂ ਭੈਣ ਜੀ ਨੇ ਫੋਨ ਕੀਤਾ ਕਿ ਕੀ ਕਰਨਾ ਚਾਹੀਦਾ ਮਿਲਣੀ ਵਿੱਚ, ਹੈ ਨਾ, ਇਹ ਇੱਕ ਤਰੀਕਾ ਹੈ ਨਾ। ਕਿਉਂਕਿ ਪਿਛਲੇ ਦਿਨੀ ਸਰਦਾਰ ਦਲੀਪ ਸਿੰਘ ਜੀ ਦੇ ਪਰਿਵਾਰ ਦੀ ਬੇਟੀ ਦੀ ਆਨੰਦ ਕਾਰਜ ਹੋਇਆ ਸੀ ਸੰਜੇ ਨਗਰ, ਤੇ ਉੱਥੇ ਉਹਨਾਂ ਦੇ ਜਿਹੜੇ ਫੁੱਲਾਂ ਦੀ ਜਗ੍ਹਾ ਇੱਕ ਅਸੀਂ ਰਵਾਇਤ ਬਦਲੀ। ਅਸੀਂ ਕਿਹਾ ਜੀ ਸਰੋਪੇ ਪਾ ਦਿਓ, ਕਮ ਸੇ ਕਮ ਥੋੜੀ ਜਿਹੀ ਰਵਾਇਤ ਚੇਂਜ ਹੋਏਗੀ ਨਾ। ਸਭ ਕੁਝ ਰਹਿ ਗਿਆ, ਮਿਲਣੀ ਵੀ ਹੋ ਗਈ, ਸਭ ਕੁਝ ਹੋ ਗਿਆ। ਫੁੱਲਾਂ ਦੇ ਹਾਰਾਂ ਦੀ ਜਗ੍ਹਾ ਗੁੱਟੇ ਜਾਂ ਜਿਹੜੇ ਅਸੀਂ ਉਹ ਪਾਉਂਦੇ ਆ ਲਾਲ ਪੀਲੇ ਜਿਹੇ, ਉਹਨਾਂ ਤੋਂ ਚੰਗੇ ਅਸੀਂ ਸਰੋਪੇ ਪਾ ਦਿੱਤੇ। ਇੱਕ ਮਰਿਆਦਾ ਵੀ ਬਣ ਗਈ, ਇੱਕ ਸਨਮਾਨ ਵੀ ਹੋ ਗਿਆ, ਇੱਕ ਜੀ ਆਇਆ ਵੀ ਹੋ ਗਿਆ। ਇਸੇ ਤਰ੍ਹਾਂ ਛੋਟੀਆਂ ਛੋਟੀਆਂ ਗੱਲਾਂ ਕਿ ਵਿਦਾਈ ਕਿਸ ਤਰ੍ਹਾਂ ਕਰਨੀ ਹੁੰਦੀ ਹੈ, ਸਭ ਕੁਝ ਕਰਨਾ। ਅਸੀਂ ਲੰਚ ਵੀ ਕਰਨੇ ਹੁੰਦੇ ਬੱਚਿਆਂ ਦੇ, ਜਿੱਥੇ ਖਾਦੇ ਨੇ ਖਿਲਾਉਣਾ ਨਹੀਂ ਉਹਨਾਂ ਨੂੰ। ਅਸੀਂ ਵੱਖਰੇ ਥੋੜਾ, ਕੋਈ ਅਸੀਂ ਆਦੀਵਾਸੀ ਥੋੜਾ ਹੈਗੇ ਆ, ਜਾਂ ਅਸੀਂ ਪਹਾੜਾਂ ਦੀਆਂ ਕੰਧਰਾਂ ਵਿੱਚ ਕਿਤੇ ਰਹਿਣ। ਵੈਸੇ ਤੇ ਗੁਰਮਤਿ ਨੇ ਸਾਨੂੰ ਜਿਹੜਾ ਤਰੀਕਾ ਮਰਿਆਦਾ ਨੇ ਦਿੱਤਾ ਉਹ ਤੇ ਬੜਾ ਸਰਲ ਸੀ। ਕਿਉਂਕਿ ਮੇਰੇ ਕੋਲ ਨਾ ਕਈ ਵਾਰ ਲੋਕ ਆਉਂਦੇ ਨੇ ਸਾਡੇ ਨਾਲ ਕੋਲ ਸੇਵਾ ਵਾਸਤੇ ਕਿ ਭਾਈ ਵਿਆਹ ਆ ਧੀ ਦਾ। ਕਈ ਇੱਕ ਗ੍ਰੰਥੀ ਸਿੰਘ ਆਏ ਪਿੱਛੇ,
ਕਹਿੰਦੇ ਕੁਝ ਸਾਡੀ ਮਦਦ ਕਰੋ। ਸਾਡੀ ਸੰਸਥਾ ਦੇ ਕੋਲ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਤੇ ਮੈਂ ਗ੍ਰੰਥੀ ਸਿੰਘ ਨਾਲ ਇਹ ਬੇਨਤੀ ਕੀਤੀ, ਮੈਂ ਕਿਹਾ ਭਾਈ ਸਾਹਿਬ ਜੀ ਤੁਹਾਡੇ ਕੋਲ ਕਿੰਨੇ ਕੁ ਪੈਸੇ ਨੇ? ਉਹ ਕਹਿੰਦਾ ਜੀ ਮੇਰੇ ਕੋਲ 2 ਲੱਖ ਸਾਰਾ ਇਕੱਠਾ ਹੋਇਆ ਹੈ, ਜੋ ਮੇਰੇ ਕੋਲ ਆਪਣੀ ਕਮਾਈ ਹੈ। ਤੇ ਮੈਂ ਕਿਹਾ ਤੂੰ ਕਿਉਂ ਇੰਨਾ ਪੈਸਾ ਲਾ ਰਿਹਾ? ਅੱਜ ਧੀਆਂ ਤੇ ਲੱਭਦੀਆਂ ਹੀ ਨਹੀਂ ਹੈਗੀਆਂ, ਤੁਸੀਂ ਕਿੱਥੇ ਚੰਗੀ ਧੀ ਲੱਭਦੀ ਹੈ ਅੱਜ? ਤੇ ਭਾਈ ਸਾਹਿਬ ਕਹਿਣ ਲੱਗੇ ਨਹੀਂ ਜੀ ਉਹ ਡਿਮਾਂਡਾਂ ਬੜੀਆਂ ਜੀ, ਇਹ ਦੇਣਾ ਜੀ ਉਹ ਦੇਣਾ। ਮੈਂ ਕਿਹਾ ਜਵਾਬ ਭੇਜ ਦਿਓ, ਮੈਂ ਕਿਹਾ ਜਵਾਬ ਭੇਜ ਦਿਓ, ਦੇਖਿਓ ਤੁਸੀਂ ਕੀ ਹੁੰਦਾ। ਨਹੀਂ ਰਵਾਰੇ ਨਾਲ ਅਸੀਂ ਜ਼ੁਬਾਨ ਕਰ ਚੁੱਕੇ ਹਾਂ। ਮੈਂ ਕਿਹਾ ਵੀਰ ਜੀ ਅਸੀਂ ਤੁਹਾਨੂੰ 5-10 ਹਜ਼ਾਰ ਦੇ ਵੀ ਦੇਵਾਂਗੇ, 10,000 ਅਗਰ ਫੜਾ ਵੀ ਦੇਵਾਂਗੇ ਤੁਹਾਨੂੰ, ਉਹਦੇ ਨਾਲ ਕੀ ਹੋ ਜਾਣਾ? ਇਹ ਸਿਸਟਮ ਥੋੜਾ ਬਦਲ ਜਾਣੇ ਨੇ। ਜ਼ਰੂਰਤ ਹੀ ਨਹੀਂ ਪਏਗੀ ਤੁਹਾਨੂੰ ਜੇ ਅਸੀਂ ਢੰਗ ਤਰੀਕੇ ਦੇ ਨਾਲ ਆਪਣੀ ਚਾਦਰ ਵਿੱਚ ਰਹਿ ਕੇ ਅਸੀਂ ਆਪਣੇ ਪੈਰ ਪਸਾਰਾਂਗੇ। ਅਸਲ ਦੇ ਵਿੱਚ ਆਨੰਦ ਕਾਰਜ ਤੇ ਇਹ ਸੀ ਕਿ ਗੁਰਮਰਿਆਦਾ ਅਨੁਸਾਰ ਅਸੀਂ ਗੁਰਦੁਆਰੇ ਬਰਾਤ ਟੁਕੇ, ਰਿਸ਼ਤੇਦਾਰ ਵੀ ਇੱਕੋ ਜਗ੍ਹਾ ਟੁਕਣ। ਅਸਲ ਮਰਿਆਦਾ ਇੱਕੋ ਜਗ੍ਹਾ ਬਰਾਤ ਟੁਕੇ, ਰਿਸ਼ਤੇਦਾਰ ਦੋਵੇਂ ਪਾਸਿਓਂ ਆਉਣ ਤੇ ਉੱਥੇ ਇੱਕ ਦੀਵਾਨ ਲੱਗੇ, 2-3 ਘੰਟੇ ਦਾ ਦੀਵਾਨ ਹੋਵੇ ਜਿਹਦੇ ਵਿੱਚ ਵਿਚਾਰਾਂ ਕੀਤੀਆਂ ਜਾਣ ਗੁਰਮਤਿ ਦੀਆਂ, ਤੇ ਉਸ ਤੋਂ ਬਾਅਦ ਆਨੰਦ ਪੜਾਇਆ ਜਾਏ। ਉਸ ਤੋਂ ਬਾਅਦ ਲੰਗਰ ਸਾਂਝੇ ਰੂਪ ਵਿੱਚ ਕਰਕੇ ਤੇ ਆਪਣੇ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜਾਏ। ਉਹਦੇ ਵਿੱਚ ਖਰਚਾ ਕੀ ਹੋਇਆ ਜੀ? 10-20 ਹਜ਼ਾਰ ਦਾ ਜੋ ਲੰਗਰ ਲੱਗਿਆ, ਬਚ ਗਏ ਨਾ ਸਾਰੇ ਪਾਸੇ। ਮਹਿੰਗੇ ਕੱਪੜਿਆਂ ਤੋਂ ਬਚ ਗਏ, ਡੀਜੇ ਕੋਲੋਂ ਬਚ ਗਏ ਸਾਰੇ। ਪਰ ਜੇ ਅੱਜ ਸਮਾਜ ਨਾਲ ਚੱਲਣਾ, ਜੇ ਇਹਨਾਂ ਰੀਤਾਂ ਨੂੰ ਵੀ ਨਿਭਾਉਣਾ ਤੇ ਥੋੜਾ ਬਹੁਤ ਇਹ ਰੀਤਾਂ ਤਾਂ ਕਹਿ ਰਿਹਾ ਕਿ ਛੱਡਣੀਆਂ ਕਦੇ ਅਸੀਂ, ਮਰਿਆਦਾ ਨਹੀਂ ਮੈਂ ਕਹਿ ਰਿਹਾ। ਮਰਿਆਦਾ ਇਹ ਹੈ, ਗੁਰੂ ਘਰ 'ਚ ਬੈਠੇ ਹਾਂ ਅਸੀਂ, ਇਹ ਮਰਿਆਦਾ। ਉਹ ਰੀਤਾਂ ਨੇ ਜਿਹੜੀਆਂ ਅਸੀਂ ਜਾ ਕੇ ਬੈਂਕਟ ਹਾਲ ਵਿੱਚ ਕਰਨੇ ਹਾਂ ਜਾਂ ਕਿਤੇ ਹੋਰ ਜਾ ਕੇ ਫੰਕਸ਼ਨ ਕਰਨੇ, ਉਹ ਰੀਤਾਂ ਨੇ ਛੱਡਾਂਗੇ। ਇੱਕ ਦਿਨ ਆਵੇਗਾ ਜਿਸ ਦਿਨ ਸਿੱਖ ਸਿਆਣਾ ਹੁੰਦਾ ਜਾਏਗਾ, ਉਸ ਦਿਨ ਪਹਿਲੀ ਆਵਾਜ਼ ਆਏਗੀ। ਬਣਾਏ ਸਨ ਸਾਡੇ ਕੁਝ ਵੀਰਾਂ ਨੇ ਪ੍ਰਪੋਜ਼ਲ ਕਿ ਸਮਾਂ ਆਏਗਾ ਜ਼ਰੂਰ ਉਹ ਪ੍ਰੈਜ਼ੈਂਟ ਕਰਨਗੇ ਕਿ ਦੋਨੋਂ ਪਰਿਵਾਰ ਇਕੱਠੇ ਹੋ ਕੇ ਸਾਂਝਾ ਸਮਾਗਮ ਕਰਨ, ਵੱਡੇ ਪੱਧਰ ਤੇ ਸਮਾਗਮ ਕਰਨ। ਅਲੱਗ ਗੱਲ ਹੈ ਕਿਉਂਕਿ ਅਜੇ ਸਮਾਜ ਦੀ ਅਸੀਂ ਇੱਕ ਪੌੜੀ ਚਾੜਨੀ ਹੈ। ਇੱਕੋ ਦਿਨ ਅਸੀਂ ਆਖੀ ਛੱਤ ਤੇ ਜਾ ਕੇ ਬਹਿ ਜਾਈਏ, ਕਿਸੇ ਦੇ ਕੋਲ ਇਤਨੀ ਤਾਕਤ ਨਹੀਂ ਹੁੰਦੀ ਕਿਤਨੀ ਜੰਪ ਮਾਰ ਲਈ। ਇੱਕ ਸਟੈਪ ਚੜ੍ਹਦੇ ਜਾਈਏ। ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਮਹਿੰਗਾਈ ਮੂੰਹ ਤੋੜ ਰਹੀ ਹੈ, ਅੱਜ ਬੰਦੇ ਦਾ ਕੰਮ ਕਾਜ ਠੱਪ ਹੁੰਦੇ ਜਾ ਰਹੇ ਨੇ, ਹਰ ਚੀਜ਼ ਦੇ ਵਿੱਚ ਬੰਦੇ ਨੂੰ ਨੁਕਸਾਨ ਹੋ ਰਿਹਾ। ਆਪਣੇ ਆਪ ਹੀ ਠੰਡੇ ਹੋ ਕੇ ਬਹਿ ਜਾਣਾ। ਕਰਜ਼ੇ ਲੈ ਕੇ ਕਿੰਨੇ ਚਿਰ ਵਿਆਹ ਕਰਾਂਗੇ? ਇੱਕ ਪਿੰਡ ਹੈ ਸਾਡੇ ਹੀ ਆਪਣੇ ਪਿੰਡਾਂ ਦੇ ਵਿੱਚ, ਉਸ ਪਿੰਡ ਦੇ ਵਿੱਚ ਮੈਕਸਿਮਮ ਲੋਕ ਵਿਆਹ ਕਰਜ਼ ਲੈ ਕੇ ਕਰਦੇ ਨੇ, ਕਰਜ਼ ਲੈ ਕੇ। ਔਰ ਉੱਥੇ ਇੱਕ ਬੰਦਾ ਜਿਹੜਾ ਉਹਨਾਂ ਨੂੰ ਕਰਜ਼ ਦਿੰਦਾ ਹੈ ਨਾ, ਉਹਨੇ ਬੜੀ ਜ਼ਮੀਨ ਜਾਇਦਾਦ ਬਣਾਈ ਹੈ। ਮੇਰੀ ਉਹਦੇ ਨਾਲ ਕਈ ਵਾਰ ਗੱਲ ਹੋਈ ਹੈ, ਵਿਚਾਰ ਹੋਈ ਹੈ। ਉਹ ਕਰਜ਼ ਦਿੰਦਾ ਉਹਨਾਂ ਨੂੰ 10 ਰੁਪਏ ਉੱਤੇ, 5 ਰੁਪਏ ਉੱਤੇ, 8 ਰੁਪਏ ਉੱਤੇ। ਮਾਵਾਂ ਭੈਣਾਂ ਉਹ ਚੋਰੀ ਦਿੰਦਾ, ਭਰਾ ਜਾਂਦਾ, ਪੁੱਤਰ ਜਾਂਦਾ, ਉਹ ਲੈ ਆਂਦਾ ਉਹਦੇ ਕੋਲ 10-20 ਹਜ਼ਾਰ। ਜੇ ਮਾਂ ਜਾਂਦੀ ਪਤੀ ਕੋਲ ਚੋਰੀ ਲੈ ਆਂਦੀ। ਮੈਂ ਕਿਹਾ ਕੀ ਸਿਸਟਮ ਬਣਿਆ? ਕਹਿੰਦਾ ਵੀਰ ਜੀ ਸਿਸਟਮ ਇਹਨਾਂ ਦੇ ਖਰਚੇ ਬੜੇ ਹੁੰਦੇ ਨੇ, ਫਿਰ ਆਸਤਾ ਦਿੰਦੇ ਰਹਿੰਦੇ ਨੇ। ਸੋ ਕਹਿਣ ਤੋਂ ਭਾਵ ਇਹ ਚੀਜ਼ਾਂ ਤੋਂ ਅਸੀਂ ਬਚੀਏ, ਜਿਤਨਾ ਵੀ ਸਾਡੀ ਸਮਰੱਥਾ ਹੈ, ਸਮਰੱਥਾ ਦੇ ਮੁਤਾਬਕ ਅਸੀਂ ਕੰਮ ਕਰੀਏ ਤਾਂ ਕਿ ਸਾਡੇ ਇਹ ਕਾਰਜ ਟੈਨਸ਼ਨ ਕਾਰਜ ਨਾ ਬਣਨ। ਇਤਨੀ ਬੇਨਤੀ ਪ੍ਰਵਾਨ ਸਮਾਂ ਵੀ ਬਦਲ ਗਿਆ। ਖਿਮਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।